The show is sponsored by Ashoka Tandoori Range. Enjoy the Indian taste. ਸਤਿ ਸ਼੍ਰੀ ਅਕਾਲ ਜੀ, ਮੈਂ ਹਰਿੰਕੂ ਚੌਧਰੀ ਤੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਖਬਰਾਂ ਦੇ ਵਿਸਤਾਰ 'ਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ। ਹੁਸ਼ਿਆਰਪੁਰ ਦੀ ਬੱਚੀ ਨੇ ਚਮਕਾਇਆ ਪੰਜਾਬ ਦਾ ਨਾਂ। ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਵਿੱਚ ਪ੍ਰਤਿਸ਼ਠਾ ਨੂੰ ਮਿਲਿਆ ਦਾਖਲਾ। ਪ੍ਰਤਿਸ਼ਠਾ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਕਾਲ ਰਾਹੀਂ ਕੀਤੀ ਗੱਲਬਾਤ। ਪੰਜਾਬ ਸਰਕਾਰ ਵੱਲੋਂ ਜਲ ਵਿਭਾਗ ਦੀਆਂ ਅਸਾਮੀਆਂ ਖਤਮ ਕਰਨ ਤੇ ਹੋ ਰਿਹਾ ਵਿਰੋਧ। ਭਗਵੰਤ ਮਾਨ ਨੇ ਸਰਕਾਰ ਤੇ ਕੀਤੇ ਸ਼ਬਦੀ ਵਾਰ। ਫਿਰੋਜ਼ਪੁਰ ਵਿੱਚ ਛਾਇਆ ਕੋਰੋਨਾ ਦਾ ਸੰਕਟ। BSF ਜਵਾਨਾਂ ਸਮੇਤ SHO ਤੇ ਗਰਭਵਤੀ ਮਹਿਲਾ ਲਪੇਟ 'ਚ। ਅਜਨਾਲਾ ਤੋਂ 25 ਸਾਲ ਪਹਿਲਾਂ ਬਾਰਡਰ ਤੇ ਗੁੰਮ ਹੋਏ ਨਾਨਕ ਸਿੰਘ ਦੀ ਮਾਪਿਆਂ ਨੂੰ ਅੱਜ ਵੀ ਉਡੀਕ। ਮਾਂ ਨੇ ਕਿਹਾ ਪੁੱਤਰ ਨੂੰ ਮਿਲਣ ਦੀ ਉਮੀਦ ਬਰਕਰਾਰ ਰਹੇਗੀ, ਆਖਰੀ ਸਾਹ ਤੱਕ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਹੁਸ਼ਿਆਰਪੁਰ ਦੀ ਰਹਿਣ ਵਾਲੀ ਪ੍ਰਤਿਸ਼ਠਾ ਦਵੇਸ਼ਵਰ ਨੇ ਪੰਜਾਬ ਦਾ ਨਾਮ ਰੋਸ਼ਨ ਕਰ ਦਿੱਤਾ ਹੈ। ਜੀ ਹਾਂ, ਪ੍ਰਤਿਸ਼ਠਾ ਪਹਿਲੀ ਅਪਾਹਿਜ ਲੜਕੀ ਹੈ ਜਿਸ ਨੂੰ ਇੰਗਲੈਂਡ ਵਿੱਚ ਸਥਿਤ ਆਕਸਫੋਰਡ ਯੂਨੀਵਰਸਿਟੀ ਵਿੱਚ ਦਾਖਲਾ ਮਿਲਿਆ, ਜਿਸ ਕਰਕੇ ਹੁਸ਼ਿਆਰਪੁਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਤਿਸ਼ਠਾ ਨੂੰ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਪਬਲਿਕ ਪਾਲਿਸੀ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਲਈ ਦਾਖਲਾ ਮਿਲਿਆ, ਜਿਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਿਸ਼ਠਾ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ ਤੇ ਉਸ ਨੂੰ ਇਸ ਉਪਲਬਧੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉੱਥੇ ਹੀ ਪ੍ਰਤਿਸ਼ਠਾ ਦੇਸ਼ ਦੇ ਬਹੁਤ ਸਾਰੇ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਬਣੀ ਜੋ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦੇ ਨੇ। ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਿਆ ਨੂੰ ਕਰੀਬ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਜਿਸ ਕਰਕੇ ਲੋਕ ਸਰਕਾਰ ਨੂੰ ਵਿਕਾਸ ਦੇ ਪ੍ਰਤੀ ਘੇਰਦੇ ਦਿਖਾਈ ਦੇ ਰਹੇ ਨੇ। ਇਸ ਦੇ ਚੱਲਦਿਆਂ ਬੀਤੇ ਕੱਲ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ, ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ। ਉੱਥੇ ਸਰਕਾਰ ਵੱਲੋਂ ਜਲ ਵਿਭਾਗ ਦੀਆਂ ਅਸਾਮੀਆਂ ਨੂੰ ਖਤਮ ਕਰਨ ਦਾ ਸਮਾਚਾਰ ਵੀ ਸਾਹਮਣੇ ਆਇਆ। ਦੇਖੋ ਇਸ ਫੈਸਲੇ ਦਾ ਕਿਵੇਂ ਹੋ ਰਿਹਾ ਵਿਰੋਧ। ਘਰ ਘਰ ਨੌਕਰੀਆਂ ਦੇਣ ਦਾ ਵਾਅਦਾ ਕਰਨ ਵਾਲੇ ਕੈਪਟਨ ਸਾਹਿਬ, ਮੈਂ ਤੁਹਾਡੇ ਤੋਂ ਇਹ ਪੁੱਛਦਾ, ਤੁਸੀਂ ਘਰ ਘਰ ਨੌਕਰੀਆਂ ਤਾਂ ਕੀ ਦੇਣੀਆਂ ਸੀ? ਤੁਸੀਂ ਤਾਂ ਬੱਚੀਆਂ ਖੁੱਚੀਆਂ ਵੀ ਖੋਣ ਲੱਗ ਗਏ। ਕਾਂਗਰਸ ਦੇ ਮੈਂ ਵੈਸੇ ਤਾਂ ਉਹਨਾਂ ਦਾ 129 ਪੇਜ ਦਾ ਬੜਾ ਝੂਠ ਦਾ ਪਲੰਦਾ ਸੀਗਾ ਜਿਹੜਾ ਮੈਨੀਫੈਸਟੋ ਸੀ, ਪਰ ਉਹ ਚੋਂ ਮੇਨ ਜੇ ਮੈਂ ਦੋ ਜਿਹੜੀ ਉਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਨਾਲ ਰਿਲੇਟਡ ਹੀ ਅੱਜ ਦੋ ਮਸਲੇ ਗੱਲ ਕਰਨਾ ਚਾਹੁੰਦਾ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ 1.5 ਸਾਲ ਦਾ ਸਮਾਂ ਰਹਿ ਗਿਆ। ਉੱਥੇ ਹੀ ਕਾਂਗਰਸ ਸਰਕਾਰ ਨੂੰ ਸੱਤਾ ਵਿੱਚ ਆਏ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਜਿਸ ਕਰਕੇ ਲੋਕ ਕੈਪਟਨ ਸਰਕਾਰ ਨੂੰ ਵਿਕਾਸ ਨਾ ਹੋਣ ਦੇ ਮੁੱਦੇ ਤੇ ਆਏ ਦਿਨ ਘੇਰ ਰਹੇ ਨੇ। ਜਿੱਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਭਾਸ਼ਣ ਦੌਰਾਨ ਨਸ਼ਾ ਖਤਮ ਕਰਨ ਦੀ, ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਅਤੇ ਵਿਦਿਆਰਥੀਆਂ ਨੂੰ ਸਮਾਰਟਫੋਨ ਦੇਣ ਦੇ ਵਾਅਦੇ ਕੀਤੇ ਸੀ, ਜਿਸ ਦੇ ਤਹਿਤ ਹੁਣ ਤੱਕ ਸਰਕਾਰ ਵੱਲੋਂ ਰੋਜ਼ਗਾਰ ਮੇਲੇ ਤਾਂ ਲਗਾਏ ਗਏ, ਪਰ ਕਿਸੇ ਨੂੰ ਸਰਕਾਰੀ ਰੋਜ਼ਗਾਰ ਮੁਹੱਈਆ ਨਹੀਂ ਕਰਵਾਇਆ ਗਿਆ, ਜਿਸ ਕਰਕੇ ਸਿਆਸੀ ਪਾਰਟੀਆਂ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਉੱਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸਰਕਾਰ ਆਪਣੀਆਂ ਗਤੀਵਿਧੀਆਂ ਤੇਜ਼ ਕਰ ਰਹੀ ਹੈ, ਜਿਸ ਦੇ ਮੱਦੇਨਜ਼ਰ ਬੀਤੇ ਕੱਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕੈਬਨਿਟ ਮੰਤਰੀਆਂ ਦੀ ਮੀਟਿੰਗ ਹੋਈ, ਜਿਸ ਵਿੱਚ ਕੋਰੋਨਾ ਮਹਾਮਾਰੀ ਦੇ ਸੰਕਟ ਬਾਰੇ ਕਈ ਅਹਿਮ ਫੈਸਲੇ ਲਏ ਗਏ ਤੇ ਪੰਜਾਬ ਵਿੱਚ ਰੋਜ਼ਗਾਰ ਨੂੰ ਵਧਾਵਾ ਦੇਣ ਲਈ ਪੰਜਾਬ ਪੁਲਿਸ ਵਿੱਚ ਭਰਤੀ ਲਈ ਫੈਸਲਾ ਲਿਆ ਗਿਆ। ਉੱਥੇ ਹੀ ਪੰਜਾਬ ਮੰਤਰੀ ਮੰਡਲ ਵੱਲੋਂ ਪੁਨਰਗਠਨ ਯੋਜਨਾ ਤਹਿਤ ਜਲ ਸਰੋਤ ਵਿਭਾਗ ਵਿੱਚੋਂ ਮੁਲਾਜ਼ਮਾਂ ਦੀਆਂ 8657 ਅਸਾਮੀਆਂ ਖਤਮ ਕਰਨ ਅਤੇ ਪੰਜਾਬ ਪੁਲਿਸ ਵਿੱਚ ਹੋਰ ਭਰਤੀ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ, ਜਿਸ ਨਾਲ ਜਲ ਸਰੋਤ ਵਿਭਾਗ 'ਚ ਮੁਲਾਜ਼ਮਾਂ ਦੀਆਂ 24263 ਮਨਜ਼ੂਰ ਅਸਾਮੀਆਂ ਘਟ ਕੇ 15606 ਰਹਿ ਗਈਆਂ ਹਨ। ਮੰਤਰੀ ਮੰਡਲ ਦੇ ਜਲ ਸਰੋਤ ਵਿਭਾਗ ਵਾਲੇ ਫੈਸਲੇ ਕਾਰਨ ਸਿਆਸਤ ਗਰਮਾ ਗਈ ਹੈ, ਜਿਸ ਕਰਕੇ ਪੰਜਾਬ ਦੇ ਸਿਆਸੀ ਲੀਡਰ ਸਰਕਾਰ ਤੇ ਜੰਮ ਕੇ ਭੜਾਸ ਕੱਢ ਰਹੇ ਨੇ। ਇਸ ਦੇ ਤਹਿਤ ਹੀ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਨੇ ਪੰਜਾਬ ਸਰਕਾਰ ਤੇ ਤਿੱਖੇ ਸ਼ਬਦੀ ਵਾਰ ਕੀਤੇ। ਭਗਵੰਤ ਮਾਨ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਦਾ ਮੈਨੀਫੈਸਟੋ ਝੂਠ ਦਾ ਪੁਲੰਦਾ ਸੀ ਤੇ ਸਰਕਾਰ ਵੱਲੋਂ ਜਲ ਸਰੋਤ ਵਿਭਾਗ ਦੀਆਂ ਅਸਾਮੀਆਂ ਖਤਮ ਕਰਕੇ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਗਿਆ। ਅੱਜ ਮੈਂ ਦੋ ਬੜੇ ਗੰਭੀਰ ਭੱਖ ਦੇ ਮਸਲਿਆਂ ਬਾਰੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਤੇ ਤੁਹਾਡੇ ਜਿਹੜੇ ਵਿਚਾਰ ਜਾਂ ਸੁਝਾਅ ਨੇ ਉਹ ਵੀਡੀਓ ਦੇ ਥੱਲੇ ਜਿਹੜੇ ਕਮੈਂਟ ਆਉਣਗੇ ਉਹਦੇ ਚੋਂ ਅਸੀਂ ਪੜ੍ਹ ਲੈਂਦੇ ਹੁੰਦੇ ਹਾਂ। ਤੇ ਆਹੀ ਲੋਕਤੰਤਰ ਹੈ ਕਿ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ, ਭਾਵੇਂ ਉਹ ਸੋਸ਼ਲ ਮੀਡੀਆ ਰਾਹੀਂ, ਭਾਵੇਂ ਉਹ ਜਿਸ ਤਰ੍ਹਾਂ ਵੀ ਹੋਵੇ, ਜਿਹੜੇ ਵੀ ਮਰਜ਼ੀ ਪਲੇਟਫਾਰਮ ਤੇ, ਉਹ ਹੋਣਾ ਚਾਹੀਦਾ। ਕਾਂਗਰਸ ਦੇ ਮੈਂ ਵੈਸੇ ਤਾਂ ਉਹਨਾਂ ਦਾ 129 ਪੇਜ ਦਾ ਬੜਾ ਝੂਠ ਦਾ ਪਲੰਦਾ ਸੀਗਾ ਜਿਹੜਾ ਮੈਨੀਫੈਸਟੋ ਸੀ, ਪਰ
ਪਰ ਉਹ 'ਚੋਂ ਮੇਨ ਜੇ ਮੈਂ 2 ਜਿਹੜੀ ਉਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਨਾਲ ਰਿਲੇਟਡ ਹੀ ਅੱਜ 2 ਮਸਲੇ ਗੱਲ ਕਰਨੀ ਚਾਹੁੰਦਾ। ਕੈਪਟਨ ਸਾਹਿਬ ਨੇ ਕੈਬਨਿਟ ਦੇ ਵਿੱਚ ਕੱਲ ਫੈਸਲਾ ਕੀਤਾ ਮੀਟਿੰਗ ਦੇ ਵਿੱਚ ਕਿ ਜਿਹੜਾ ਜਲ ਵਿਭਾਗ ਹੈ, ਵਾਟਰ ਰਿਸੋਰਸ ਜਿਹੜਾ ਡਿਪਾਰਟਮੈਂਟ ਹੈ, ਉਹਦੇ ਵਿੱਚੋਂ 8697 ਜਿਹੜੀਆਂ ਅਸਾਮੀਆਂ ਪੋਸਟਾਂ ਉਹ ਖਤਮ ਕਰਨ ਦਾ ਫੈਸਲਾ ਲੈ ਲਿਆ ਜੀ। ਇਹ ਉਹੀ ਵਿਭਾਗ ਹੈ ਜਿੱਥੇ ਜਿਹੜੇ ਜਿਹੜੇ ਚੀਫ ਸੈਕਟਰੀ ਕਰਨ ਅਵਤਾਰ ਜੀ ਨੂੰ ਉਹਦਾ ਚੇਅਰਮੈਨ ਲਾਉਣ ਵਾਸਤੇ, ਸਪੈਸ਼ਲੀ ਉਹਨਾਂ ਨੂੰ ਐਡਜਸਟ ਕਰਨ ਵਾਸਤੇ, ਕਿਉਂਕਿ ਅਫਸਰ ਇਸ ਲੈਵਲ ਦੇ ਅਫਸਰ ਕਦੇ ਰਿਟਾਇਰ ਨਹੀਂ ਹੁੰਦੇ, ਉਹਨਾਂ ਵਾਸਤੇ ਨਵਾਂ ਉਹਦਾ ਕੋਈ ਨਾ ਕੋਈ ਕ੍ਰੀਏਟ ਕਰ ਲਿਆ ਜਾਂਦਾ। ਮਤਲਬ 50 ਦੇ ਕਰੀਬ ਪੋਸਟਾਂ ਕ੍ਰੀਏਟ ਕਰ ਲਈਆਂ ਉਹਨਾਂ ਨੂੰ ਤੇ ਉਹਨਾਂ ਦੇ ਸਟਾਫ ਨੂੰ ਇਸ ਜਗ੍ਹਾ ਤੇ ਫਿੱਟ ਕਰਨ ਵਾਸਤੇ। ਜਿਹੜੀਆਂ ਪੋਸਟਾਂ ਹੈ ਨਹੀਂ ਸੀ ਉਹ ਕ੍ਰੀਏਟ ਕਰ ਲਈਆਂ, ਬਣਾ ਲਈਆਂ ਨਵੀਆਂ ਪੋਸਟਾਂ, ਤਾਂ ਕਿ ਕਰਨ ਅਵਤਾਰ ਤੇ ਉਹਨਾਂ ਦਾ ਜਿਹੜਾ ਸਾਰਾ ਸਟਾਫ ਜਾਂ ਉਹਨਾਂ ਦਾ ਜਿਹੜਾ ਉਹ ਐਡਜਸਟ ਹੋ ਸਕੇ। ਤੇ ਜਿਹੜੀਆਂ ਆਲਰੇਡੀ ਕ੍ਰੀਏਟ ਕੀਤੀਆਂ ਹੋਈਆਂ ਅਸਾਮੀਆਂ ਸੀ, ਆਮ ਲੋਕਾਂ ਦੀਆਂ ਪੁੱਤ ਜਿੱਥੇ ਕੰਮ ਕਰਦੇ ਸੀ, ਉਹਨਾਂ ਨੂੰ ਕਹਿੰਦੇ ਅਸੀਂ 8700 ਦੇ ਲਗਭਗ ਨੂੰ ਖਤਮ ਕਰ ਦਿਆਂਗੇ। ਘਰ ਘਰ ਨੌਕਰੀਆਂ ਦੇਣ ਦਾ ਵਾਅਦਾ ਕਰਨ ਵਾਲੇ ਕੈਪਟਨ ਸਾਹਿਬ, ਮੈਂ ਤੁਹਾਡੇ ਤੋਂ ਇਹ ਪੁੱਛਦਾ, ਤੁਸੀਂ ਘਰ ਘਰ ਨੌਕਰੀਆਂ ਤਾਂ ਕੀ ਦੇਣੀਆਂ ਸੀ, ਤੁਸੀਂ ਤਾਂ ਬੱਚੀਆਂ ਖੁੱਚੀਆਂ ਵੀ ਖੋਹਣ ਲੱਗ ਗਏ। ਭਗਵੰਤ ਮਾਨ ਨੇ ਸਰਕਾਰ ਨੂੰ ਜਿੱਥੇ ਘਰ ਘਰ ਨੌਕਰੀਆਂ ਦੇਣ ਵਾਲੇ ਮੁੱਦੇ ਤੇ ਘੇਰਿਆ, ਉੱਥੇ ਹੀ ਸਰਕਾਰ ਵੱਲੋਂ 5-5 ਮਰਲੇ ਦੇ ਵਾਅਦਿਆਂ ਤੇ ਪੰਜਾਬ ਸਰਕਾਰ ਦੀ ਖੂਬ ਖਿੱਚੋਤਾਣ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਨੇ ਰੋਜ਼ਗਾਰ ਤਾਂ ਕਿੱਥੋਂ ਦੇਣਾ ਸੀ, ਸਗੋਂ ਜਿਹੜੀਆਂ ਨੌਕਰੀਆਂ ਹਨ ਸਰਕਾਰ ਉਹਨਾਂ ਨੂੰ ਵੀ ਖਤਮ ਕਰ ਰਹੀ ਹੈ ਤੇ ਲੋਕਾਂ ਦੀ ਜ਼ਮੀਨ ਤੇ ਕਬਜ਼ਾ ਕਰ ਰਹੀ ਹੈ। ਕਦੇ ਤੁਸੀਂ ਕਹਿੰਦੇ ਹੋ ਵੀ ਇਸ ਮਹਿਕਮੇ 'ਚੋਂ ਵੀ ਹੁਣ ਆਪਾਂ ਛਾਂਟੀ ਕਰੋ, ਇਹਨਾਂ ਨੂੰ ਵੀ ਕੱਢ ਦਿਓ, ਇਸ ਮਹਿਕਮੇ 'ਚ ਵੀ ਛਾਂਟੀ ਕਰ ਦਿਓ। ਸੋ ਵਾਅਦਾ ਤੁਸੀਂ ਕੀਤਾ ਸੀ ਘਰ ਘਰ ਨੌਕਰੀ ਦੇਣ ਦਾ, ਤੇ ਹੁਣ ਤਾਂ ਤੁਸੀਂ ਬਚੀਆਂ ਕੁਚੀਆਂ ਜਿਹੜੀਆਂ ਨੌਕਰੀਆਂ ਨੇ ਉਹਨਾਂ ਨੂੰ ਖੋਹਣ ਦਾ ਕੰਮ ਕਰ ਰਹੇ ਹੋ। ਕੀ ਜਵਾਬ ਹੈ ਤੁਹਾਡੇ ਕੋਲ ਇਹਦੇ ਬਾਰੇ? ਸਪਸ਼ਟ ਕਰੋ। ਤੇ ਦੂਜਾ ਤੁਸੀਂ ਵਾਅਦਾ ਕੀਤਾ ਸੀ, ਮੈਂ ਸਿਰਫ ਵਾਅਦੇ ਤੁਸੀਂ ਬਹੁਤ ਕੀਤੇ ਸੀ, ਪਰ ਮੈਂ ਅੱਜ ਜਿਹੜਾ ਵਾਅਦਾ ਤੁਹਾਨੂੰ ਯਾਦ ਕਰਾ ਰਿਹਾ ਕਿ ਗਰੀਬਾਂ ਨੂੰ ਜਿਨ੍ਹਾਂ ਕੋਲੇ ਜ਼ਮੀਨ ਹੈ ਨਹੀਂ, ਲੈਂਡਲੈਸ ਦਲਿਤ ਜਿਹੜੇ ਨੇ, ਗਰੀਬਾਂ ਨੂੰ ਅਸੀਂ 5-5 ਮਰਲਿਆਂ ਦੇ ਪਲਾਟ ਜਿਹੜੇ ਬੇਘਰੇ ਨੇ, 5-5 ਮਰਲਿਆਂ ਦੇ ਪਲਾਟ ਨਹੀਂ, ਪਲਾਟ ਦੇ ਉੱਤੇ ਘਰ ਪਾ ਕੇ ਦੇਵਾਂਗੇ। ਲੋਕਾਂ ਨੇ ਤੁਹਾਡੇ ਤੇ ਯਕੀਨ ਕਰ ਲਿਆ ਕਿ ਹਾਂ ਸ਼ਾਇਦ ਇਹ ਤਾਂ ਹੋ ਜਾਊਗਾ। ਪਰ ਸੇਖੋਵਾਲ ਪਿੰਡ ਹੈ ਜੀ, ਮੱਤੇਵਾੜਾ ਕੋਲੇ, ਲੁਧਿਆਣਾ ਜ਼ਿਲ੍ਹੇ 'ਚ, ਉਸ ਪਿੰਡ ਦੀ ਸਾਰੀ ਜ਼ਮੀਨ ਜਿਹੜੀ ਹੈ, ਜਿਹੜੀ ਕਿ ਬੇਘਰਿਆਂ ਨੂੰ ਉੱਥੇ ਦਲਿਤ ਜਿਹੜੇ ਵਰਗ ਹੈ ਉਹਨਾਂ ਨੂੰ ਖੇਤੀ ਵਾਸਤੇ ਅਲਾਟ ਹੋਈ ਸੀ 407 ਕਿੱਲੇ, ਉਹ ਸਾਰੀ ਅਕਵਾਇਰ ਕਰ ਲਈ। ਪੂਰੇ ਦੇ ਪਿੰਡ ਦੀ ਜ਼ਮੀਨ ਹੀ ਅਕਵਾਇਰ ਕਰ ਲਈ। ਉਹਨਾਂ ਨੇ 36 ਸਾਲ ਸੁਪਰੀਮ ਕੋਰਟ ਦੇ ਵਿੱਚ ਲੜਾਈ ਲੜ ਕੇ ਹੱਕ ਉਹਨਾਂ ਨੇ ਲਿਆ ਸੀਗਾ ਉੱਤੇ ਜ਼ਮੀਨ ਤੇ ਖੇਤੀ ਕਰਨ ਦਾ। ਇੱਕ ਪਾਸੇ 5 ਮਰਲਿਆਂ ਦੇ ਪਲਾਟ ਦੇ ਕੇ ਉਹਨਾਂ ਨੂੰ ਘਰ ਪਾਉਣ ਦੀ ਗੱਲ ਕਰਦੇ ਹੋ, ਦੂਜੇ ਪਾਸੇ ਜਿਹੜੀ ਜ਼ਮੀਨ ਤੇ ਖੇਤੀ ਕਰਕੇ ਉਹਨਾਂ ਦੀ ਰੋਟੀ ਚੱਲਦੀ ਸੀ ਉਹ ਤੁਸੀਂ ਸਾਰੇ ਜਿਹੜੇ ਬੇਜ਼ਮੀਨੇ ਕਰਤੇ। ਇਹਦੇ ਬਾਰੇ ਤੁਹਾਡਾ ਕੀ ਜਵਾਬ ਹੈ? ਸਪਸ਼ਟ ਕਰੋ। ਕੈਪਟਨ ਸਾਹਿਬ, ਠੀਕ ਹੈ, ਤੁਸੀਂ ਸਰਕਾਰ ਚੋਂ, ਤੁਸੀਂ ਮੁੱਖ ਮੰਤਰੀ ਹੋ, ਸੂਬੇ ਦੇ ਹੈੱਡ ਹੋ, ਮਨਮਾਨੀਆਂ ਕਰ ਰਹੇ ਹੋ। ਕਰੋਨਾ ਦੀ ਆੜ ਦੇ ਵਿੱਚ ਮੋਦੀ ਸਾਹਿਬ ਉੱਤੋਂ ਕਰੀ ਜਾਂਦੇ ਆ, ਤੁਸੀਂ ਇੱਥੋਂ ਕਰੀ ਜਾਂਦੇ ਆ ਕਿ ਇੰਡਸਟਰੀ ਜਿਹੜੀ ਹੈ ਉਹਦੇ ਵਾਸਤੇ ਇਹ ਜ਼ਮੀਨ ਲੈਣੀ ਹੈ। ਮੈਨੂੰ ਦੱਸੋ, ਮੰਡੀ ਗੋਬਿੰਦਗੜ੍ਹ ਉਹ ਸਾਰਾ ਸ਼ਹਿਰ ਹੀ ਉੱਜੜ ਗਿਆ, ਉਹਨੂੰ ਰਿਵਾਈਵ ਕਰ ਦਿਓ, ਉਹਨੂੰ ਦੁਬਾਰਾ ਚਾਲੂ ਕਰ ਲਓ। ਰਾਜਪੁਰਾ, ਗੁਰਾਇਆ, ਫਲੌਰ, ਧਾਰੀਵਾਲ, ਬਟਾਲਾ, ਇਹ ਇੰਡਸਟਰੀਅਲ ਸਿਟੀ ਬਣਾਏ ਸੀਗੇ ਤੁਸੀਂ। ਇੱਥੋਂ ਦੀ ਇੰਡਸਟਰੀ ਨੂੰ ਜਿਹੜੀ ਹੈ ਉਹਨੂੰ ਦੁਬਾਰਾ ਚਾਲੂ ਕਰ ਲਓ। ਤੁਸੀਂ ਇੰਡਸਟਰੀ ਦੇ ਬਹਾਨੇ ਪਹਿਲਾਂ ਤਾਂ ਅਸੀਂ ਰੌਲਾ ਪਾ ਕੇ ਮੱਤੇਵਾੜਾ ਜੰਗਲ ਬਚਵਾਏ ਨੇ, ਤੁਸੀਂ ਕਿਹਾ ਵੀ ਨਹੀਂ ਜੰਗਲ ਦੀ ਜ਼ਮੀਨ ਨਹੀਂ ਅਸੀਂ ਕਰਦੇ। ਇਹ ਉਹੀ ਜਗ੍ਹਾ ਹੈ ਕੈਪਟਨ ਸਾਹਿਬ ਜਿੱਥੇ ਸੁਖਬੀਰ ਬਾਦਲ ਘੋੜਿਆਂ ਦੀਆਂ ਦੌੜਾਂ ਕਰਾਉਣ ਵਾਸਤੇ ਟਰੈਕ ਤੇ ਕਸੀਨੋ ਜੂਏ ਦੇ ਅੱਡੇ ਖੋਲ੍ਹਣਾ ਚਾਹੁੰਦਾ ਸੀ, ਉਹ ਤੁਸੀਂ ਵਿਰੋਧ ਕਰਦੇ ਸੀ। ਤੇ ਹੁਣ ਤੁਸੀਂ ਇਹ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਤੇ ਵੀ ਅੱਖ ਰੱਖ ਲਈ। ਪਿਛਲੀ ਵਾਰ ਤੁਸੀਂ ਜਿਹੜੇ ਸਰਕਾਰੀ ਰੈਸਟ ਹਾਊਸ ਸੀਗੇ ਨਹਿਰਾਂ ਦੇ ਕਿਨਾਰੇ ਉਹ ਵੇਚੇ, ਰਹਿੰਦੇ ਖੁੰਦੇ ਅਕਾਲੀ ਦਲ ਵੇਚ ਗਿਆ। ਹੁਣ ਤੁਸੀਂ ਆਹ ਚੀਜ਼ਾਂ ਜਿਹੜੀਆਂ ਸਰਕਾਰੀ ਸ਼ਾਮਲਾਟਾਂ ਨੇ ਉਹਨਾਂ ਤੇ ਅੱਖ ਰੱਖ ਲਈ। ਜਿੱਥੇ ਭਗਵੰਤ ਮਾਨ ਵੱਲੋਂ ਸਰਕਾਰ ਦੇ ਤਿੱਖੇ ਸ਼ਬਦੀ ਵਾਰ ਕੀਤੇ ਗਏ,
ਉੱਥੇ ਹੀ ਪੰਜਾਬ ਸੁਬਆਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਪ੍ਰਮੁੱਖ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਜਲ ਸਰੋਤ ਵਿਭਾਗ ਦੀਆਂ ਖਤਮ ਕੀਤੀਆਂ ਅਸਾਮੀਆਂ ਤੇ ਮੁਲਾਜ਼ਮਾਂ ਪੈਨਸ਼ਨਰਾਂ ਨਾਲ ਕੀਤੀਆਂ ਜਾ ਰਹੀਆਂ ਵਾਅਦਾ ਖਿਲਾਫੀਆਂ ਦਾ ਖਾਮਿਆਜ਼ਾ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭੁਗਤਣਾ ਪਵੇਗਾ। ਆਗੂਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਲਈ ਜਾਰੀ ਆਦੇਸ਼ਾਂ ਦਾ ਧਿਆਨ ਰੱਖਦਿਆਂ ਇਹ ਮਾਮਲੇ 'ਚ ਲੋਕਾਂ ਦੀ ਕਚਹਿਰੀ ਵਿੱਚ ਰੱਖੇ ਜਾਣਗੇ ਅਤੇ ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਪਾਪਾ ਦੇ ਕੜਾਪਨ ਉਲੀਕੇ ਰੋਸ ਪ੍ਰਦਰਸ਼ਨ 20 ਜੁਲਾਈ ਤੋਂ 24 ਜੁਲਾਈ ਤੱਕ ਪੰਜ ਆਗੂਆਂ ਦੇ ਗਰੁੱਪ ਬਣਾ ਕੇ ਤਹਿਸੀਲ ਬਲਾਕਾਂ 'ਚ ਵੱਖ-ਵੱਖ ਦਫ਼ਤਰਾਂ ਅੱਗੇ ਭੰਨੇ ਜਾਣਗੇ ਅਤੇ ਆਜ਼ਾਦੀ ਦਿਵਸ ਤੱਕ ਸੰਘਰਸ਼ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਜ਼ਿਕਰ ਖਾਸ ਹੈ ਕਿ ਪੰਜਾਬ ਸਰਕਾਰ ਨੂੰ ਆਏ ਦਿਨ ਕਿਸੇ ਨਾ ਕਿਸੇ ਮੁੱਦੇ ਤੇ ਵਿਰੋਧੀ ਪਾਰਟੀਆਂ ਵੱਲੋਂ ਘੇਰਿਆ ਜਾ ਰਿਹਾ ਹੈ ਤੇ ਹੁਣ ਭਗਵੰਤ ਮਾਨ ਦੇ ਇਹਨਾਂ ਬਿਆਨਾਂ ਦਾ ਕੀ ਅਸਰ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਨਿਊਜ਼ ਡੈਸਕ ਤੋਂ ਸਤਨਾਮ ਸਿੰਘ ਬਠੋਈ ਦੀ ਖਾਸ ਰਿਪੋਰਟ। ਰੇਲਵੇ ਦੇ ਨਿੱਜੀਕਰਨ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ C2 ਦੇ ਵਰਕਰਾਂ ਵੱਲੋਂ ਮੋਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸੇ ਦੇ ਤਹਿਤ ਰੋਪੜ ਇਕਾਈ ਦੇ ਵਰਕਰਾਂ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਤੇ ਰੇਲਵੇ ਨੂੰ ਨਿੱਜੀ ਹੱਥਾਂ ਦੇ ਵਿੱਚ ਦੇਣ ਦੇ ਵਿਰੋਧ ਵਿੱਚ ਮੋਦੀ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਉਹਨਾਂ ਕਿਹਾ ਕਿ ਕੋਰੋਨਾ ਦੇ ਚੱਲਦਿਆਂ ਪਹਿਲਾਂ ਹੀ ਦੇਸ਼ ਆਰਥਿਕ ਮੰਦੀ ਚੱਲ ਰਿਹਾ, ਬਹੁਤ ਸਾਰੇ ਲੋਕ ਆਪਣੀਆਂ ਨੌਕਰੀਆਂ ਗਵਾ ਚੁੱਕੇ ਨੇ, ਪਰ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਨ ਵਾਲੀ ਇਹ ਸਰਕਾਰ ਲੋਕਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਨੌਕਰੀਆਂ ਤੋਂ ਕੱਢਣ ਦੇ ਵਿੱਚ ਲੱਗੀ ਹੋਈ ਹੈ। ਇਸ ਮੌਕੇ ਤੇ ਉਹਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਕੇਂਦਰ ਦੀ ਮੋਦੀ ਸਰਕਾਰ ਪਿਛਲੇ 6 ਸਾਲਾਂ ਤੋਂ ਜਦੋਂ ਤੋਂ ਸੱਤਾ ਤੇ ਕਾਬਜ਼ ਹੋਈ ਹੈ, ਉਹ ਦੇਸ਼ ਦੇ ਜਿਹੜੇ ਪਬਲਿਕ ਸੈਕਟਰ ਦੇ ਅਦਾਰੇ ਹੈ ਉਹਨਾਂ ਦਾ ਨਿੱਜੀਕਰਨ ਕਰ ਰਹੀ ਹੈ, ਜਿਹਦੇ ਤਹਿਤ ਰੇਲਵੇ ਨੂੰ ਜਿਹੜਾ ਦੇਸ਼ ਦੀ ਆਜ਼ਾਦੀ ਤੋਂ ਬਾਅਦ, ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵੀ ਲੋਕਾਂ ਦੀ ਸੇਵਾ ਕਰਦਾ ਸੀ, ਦੇਸ਼ ਦੇ ਕੋਨੇ-ਕੋਨੇ ਜਾਲ ਵਿਛਿਆ ਸੀ, ਅੱਜ ਮੋਦੀ ਸਰਕਾਰ ਉਸ ਅਦਾਰੇ ਨੂੰ ਪ੍ਰਾਈਵੇਟਾਂ ਨੂੰ ਵੇਚ ਰਹੀ ਹੈ, ਜਿਹਦੇ ਨਾਲ ਦੇਸ਼ ਦੇ ਅੰਦਰ ਮਜ਼ਦੂਰ ਵਰਗ ਦੀ, ਕਰਮਚਾਰੀਆਂ ਦੀ ਲੁੱਟ ਵਧੇਗੀ ਤੇ ਸਾਡੇ ਧੀਆਂ ਪੁੱਤਾਂ ਨੂੰ ਨੌਕਰੀਆਂ ਨਹੀਂ ਮਿਲਣਗੀਆਂ। ਪ੍ਰਾਈਵੇਟ ਅਦਾਰੇ ਲੋਕਾਂ ਦਾ ਸ਼ੋਸ਼ਣ ਕਰਦੇ ਆ ਔਰ ਇਹ ਅਦਾਰੇ ਲੋਕਾਂ ਨੂੰ ਸਰਕਾਰੀ ਅਦਾਰੇ ਲੋਕਾਂ ਨੂੰ ਸਹੂਲਤਾਂ ਵੀ ਦਿੰਦੇ ਆ, ਲੋਕਾਂ ਨੂੰ ਸਸਤੀਆਂ ਸਫ਼ਰ ਵੀ ਕਰਨਾ ਮਿਲਦਾ, ਸਮਾਨ ਵੀ ਮਿਲਦਾ, ਲੇਕਿਨ ਜਦੋਂ ਪ੍ਰਾਈਵੇਟਾਂ ਨੂੰ ਵੇਚ ਦੇਣੀ ਤਾਂ ਉਹਨਾਂ ਦਾ ਰੱਜ ਕੇ ਸਾਡੇ ਲੋਕਾਂ ਦੀ ਲੁੱਟ ਕਰਨੀ, ਦੇਸ਼ ਦੇ ਲੋਕਾਂ ਦੀ ਲੁੱਟ ਕਰਨੀ ਤੇ ਇਸ ਅਦਾਰੇ ਨੂੰ ਜਿਹੜਾ ਉਹ ਆਪਣੀ ਮਰਜ਼ੀ ਮੁਤਾਬਕ ਚਲਾਉਣਾ ਤੇ ਆਮ ਲੋਕਾਂ ਦਾ ਜਿਹੜਾ ਸਫ਼ਰ ਹੈ ਉਹ ਰੇਲ 'ਚ ਹੁਣ ਸੁਖਾਲਾ ਨਹੀਂ ਰਹਿਣਾ। ਇਹਦੇ 'ਚ ਗਰੀਬ ਲੋਕ ਵੀ ਇੱਕ ਦੂਰ ਦਰਾਡੇ ਜਾ ਸਕਦੇ ਸੀ, ਪਰ ਸਾਨੂੰ ਇਹ ਚਿੰਤਾ ਹੈ ਕਿ ਦੇਸ਼ ਦੇ ਜੇ ਮੋਦੀ ਸਰਕਾਰ ਇੱਦਾਂ ਹੀ ਅਦਾਰੇ ਵੇਚਣ ਲੱਗੀ, ਜਿਹੜੇ ਕੋਡੀਆਂ ਭਾਅ ਵੇਚ ਰਹੀ ਹੈ, ਤਾਂ ਦੇਸ਼ ਦਾ ਬੇੜਾ ਗਰਕ ਹੋ ਜਾਏਗਾ। ਸਾਡੀ ਨੌਜਵਾਨ ਪੀੜ੍ਹੀ ਨੌਕਰੀਆਂ ਤੋਂ ਹੱਥ ਧੋਣੇ ਪੈ ਜਾਣਗੇ। ਅੱਜ ਦੇਸ਼ 'ਚ ਅਸੀਂ ਪੰਜਾਬ 'ਚ C2 ਵੱਲੋਂ ਰੋਸ ਮੁਜ਼ਾਹਰੇ ਕਰਕੇ ਰੇਲਵੇ ਮਜ਼ਦੂਰਾਂ ਨਾਲ ਇੱਕ ਮੁੜਤਾ ਦਾ ਪ੍ਰਗਟਾਵਾ ਕਰ ਰਹੇ ਹੈ। ਅੱਜ ਦਾ ਸਾਡਾ ਪ੍ਰਦਰਸ਼ਨ ਜਿਹੜਾ ਹੈ CITU ਵੱਲੋਂ ਹਿੰਦੁਸਤਾਨ ਦੇ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਰੇਲਵੇ ਦਾ ਜੋ ਨਿੱਜੀਕਰਨ ਹੋ ਰਿਹਾ ਹੈ, ਸਾਡੀਆਂ ਜਥੇਬੰਦੀਆਂ ਦੀ ਸਮਝ ਹੈ ਕਿ ਰੇਲਵੇ ਦਾ ਨਿੱਜੀਕਰਨ ਕਰਨ ਦੇ ਨਾਲ ਜਿੱਥੇ ਬਹੁਤ ਬੜਾ ਘਾਟਾ ਪੈ ਗਿਆ ਦੇਸ਼ ਨੂੰ, ਉਹਦੇ ਨਾਲ ਦੀ ਨਾਲ ਨੌਕਰੀਆਂ ਵੀ ਰੇਲਵੇ ਜਾਣਗੀਆਂ, ਮੁਲਾਜ਼ਮਾਂ ਛਾਂਟੀਆਂ ਹੋਣਗੀਆਂ, ਕਿਉਂ ਅੱਜ ਤੱਕ ਕੋਰੋਨਾ ਦੀ ਆੜ ਥੱਲੇ 14 ਕਰੋੜ ਲੋਕਾਂ ਦੀਆਂ ਨੌਕਰੀਆਂ ਚਲੇ ਗਈਆਂ। ਸਾਨੂੰ ਹੁਣ ਵੀ ਵਿਸ਼ਵਾਸ ਹੈ ਕਿ ਮੋਦੀ ਸਰਕਾਰ ਲੋਕਾਂ ਨੂੰ ਕੋਈ ਦੇਣ ਦੀ ਬਜਾਏ ਲੋਕਾਂ ਕੋਲੋਂ ਲੈ ਰਿਹਾ ਹੈ, ਖੋਹ ਰਿਹਾ ਹੈ। ਉਹ ਦਿਨ ਦੂਰ ਨਹੀਂ ਹੈ ਜੇ ਸਮੁੱਚਾ ਦੇਸ਼ ਹੀ ਠੇਕੇ ਦੇ ਵੇਚ ਦੇਣਾ ਚਾਹੁੰਦਾ ਮੋਦੀ ਸਰਕਾਰ, ਤਾਂ ਜੋ ਮੋਦੀ ਇਹ ਚਾਹੁੰਦਾ ਹੈ ਕਿ ਲੋਕਾਂ ਨੂੰ ਕੋਈ ਸਹੂਲਤ ਨਾ ਦਿੱਤੀ ਜਾਵੇ। ਸਿਰਫ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਤੋਂ ਅਰਬਾਂ ਰੁਪਏ ਲੈ ਕੇ ਇਲੈਕਸ਼ਨ ਵੀ ਵਰਤਣੇ ਨੇ ਤੇ ਲੋਕਾਂ ਨੂੰ ਤਰ੍ਹਾਂ ਦੇ ਨਾਅਰੇ ਲਾ ਕੇ ਲੋਕਾਂ ਤੋਂ ਵੋਟਾਂ ਲੈਣ ਜਾ ਰਿਹਾ ਮੋਦੀ। ਸੋ ਸਾਡੇ ਜਥੇਬੰਦੀਆਂ ਨੇ ਪ੍ਰਣ ਕੀਤਾ ਹੈ ਕਿ ਰੇਲਵੇ ਦਾ ਨਿੱਜੀਕਰਨ ਨਹੀਂ ਹੋਣ ਦੇਣਗੇ, ਚਾਹੇ ਜਿੱਦੀ ਮਰਜ਼ੀ ਸਾਨੂੰ ਕੁਰਬਾਨੀ ਕਰਨੀ ਪਵੇ, ਅਸੀਂ ਕੁਰਬਾਨੀ ਕਰਾਂਗੇ ਤੇ ਰੇਲਵੇ ਦੇ ਮੁਲਾਜ਼ਮਾਂ ਦੀ ਛਾਂਟੀਆਂ ਵੀ ਨਹੀਂ ਹੋਣ ਦੇਣਗੇ, ਚਾਹੇ ਮੋਦੀ ਦਾ ਫੈਸਲਾ ਹੋਵੇ, ਛਾਂਟੀਆਂ ਜ਼ਰੂਰ ਹੋਣਗੀਆਂ। ਇੱਕ ਪਾਸੇ ਜਿੱਥੇ ਭਾਰਤ ਵਿੱਚ ਗਲਤੀ ਨਾਲ ਸਰਹੱਦ ਪਾਰ ਕਰ ਪਹੁੰਚੇ ਮੁਬਸ਼ਰ ਬਿਲਾਲ ਉਰਫ ਮੁਬਾਰਕ ਨੂੰ ਉਸ ਦੇ ਵਤਨ ਵਾਪਸ ਭੇਜਣ ਲਈ ਸ਼ਾਂਤੀ ਪ੍ਰੇਮੀਆਂ ਵੱਲੋਂ ਪਹਿਲ ਕਰਦੇ ਹੋਏ ਬਿਲਾਲ ਨੂੰ ਉਸ ਦੀ ਮਾਂ ਕੋਲ ਵਤਨ ਵਾਪਸ ਭੇਜਿਆ ਗਿਆ, ਜਿਸ ਦੇ ਨਾਲ ਹੀ ਬਾਰਡਰ ਕੰਢੇ ਵਸੇ ਅਜਨਾਲਾ ਦੇ ਪਿੰਡ ਬੇਦੀ ਛੰਨਾ ਦੇ ਰਹਿਣ ਵਾਲੇ ਪਿਆਰ ਕੌਰ ਵੀ ਆਪਣੇ ਪੁੱਤਰ ਨਾਨਕ ਸਿੰਘ ਉਰਫ ਕੱਕੜ ਸਿੰਘ ਦੀ ਆਖਰੀ ਸਾਹਾਂ ਤੱਕ ਉਡੀਕ ਕਰ ਰਹੀ ਹੈ। ਜੀ ਹਾਂ, ਕਿ ਉਹ ਮਰਨ ਤੋਂ ਪਹਿਲਾਂ ਇੱਕ ਵਾਰ ਆਪਣੇ ਪੁੱਤ ਨੂੰ ਦੇਖਣਾ ਚਾਹੁੰਦੀ ਹੈ। ਦੱਸ ਦਈਏ ਕਿ ਨਾਨਕ ਸਿੰਘ ਕਰੀਬ 35 ਸਾਲ ਪਹਿਲਾਂ ਜਦੋਂ ਕਰੀਬ 7 ਸਾਲ ਦੀ ਉਮਰ ਦਾ ਸੀ, ਉਸਨੇ ਆਪਣੇ ਪਿਤਾ ਨਾਲ ਖੇਤ ਵਿੱਚ ਗਿਆ ਸੀ ਜਿੱਥੇ ਉਹ ਗੁੰਮ ਹੋ ਗਿਆ ਤੇ ਅੱਜ 35 ਸਾਲ ਬੀਤ ਜਾਣ ਬਾਅਦ ਵੀ ਨਾਨਕ ਸਿੰਘ ਦੀ ਮਾਂ ਤੇ ਬਾਪ ਆਪਣੇ ਪੁੱਤਰ ਨੂੰ ਮਿਲਣ ਦੀ ਉਮੀਦ ਵਿੱਚ ਨੇ। ਨਾਨਕ ਸਿੰਘ ਦੇ ਪਿਤਾ ਰਤਨ ਸਿੰਘ ਨੇ ਦੱਸਿਆ ਕਿ 35 ਸਾਲ ਪਹਿਲਾਂ ਜਦੋਂ ਨਾਨਕ 7 ਸਾਲਾਂ ਦਾ ਸੀ,
ਉਹ ਉਸ ਨੂੰ ਆਪਣੇ ਨਾਲ ਖੇਤਾਂ ਵਿੱਚ ਕੰਮ ਕਰਨ ਤੇ ਲੈ ਗਏ। ਉੱਥੇ ਉਹ ਕੰਮ ਵਿੱਚ ਵਿਅਸਤ ਸੀ ਕਿ ਨਾਨਕ ਨੂੰ ਭੁੱਲ ਗਏ। ਜਦੋਂ ਜਾਂਚ ਕੀਤੀ ਤਾਂ ਨਾਨਕ ਨਹੀਂ ਮਿਲਿਆ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਉਸ ਸਮੇਂ ਸਰਹੱਦ ਤੇ ਤਾਰਾਂ ਨਹੀਂ ਲੱਗੀਆਂ ਸਨ, ਜਿਸ ਕਰਕੇ ਨਾਨਕ ਗਲਤੀ ਨਾਲ ਪਾਕਿਸਤਾਨ ਚਲਿਆ ਗਿਆ, ਜਿਸ ਦੀ ਉਹਨਾਂ ਨੂੰ ਹੁਣ ਵੀ ਉਡੀਕ। ਸਾਡੀ ਪੈਲੀ ਹੀ ਤਾਰਾਂ ਦੇ ਲਾਗੇ, ਉਦੋਂ ਤਾਰ ਨਹੀਂ ਸੀ ਲੱਗੀ, ਤਾਰ ਬਾਅਦ ਤੇ ਲੱਗੀ ਹੈ। ਪਹਿਲਾਂ ਦੀ ਗੱਲ ਹੈ ਜਦੋਂ ਦਾ ਮੁੰਡਾ ਗਿਆ 1984 ਦੀ ਗੱਲ ਹੈ। ਉਦੋਂ ਅੱਜ ਬਲਦਾਂ ਦੀ ਵਾਹੀ ਹੁੰਦੀ ਸੀ, ਮੰਨ ਲਓ ਵੀ ਕੱਟੇ ਕੁੱਟੇ ਹਾਲੀ ਕੱਢਣੇ ਜਾਂ ਬਲਦ ਕੱਢਣੇ, ਉਦੋਂ ਟਰੈਕਟਰ ਨਹੀਂ ਸੀ। ਹੁਣ ਤਾਂ ਘਰ ਘਰ ਟਰੈਕਟਰ ਹੋ ਗਏ ਨੇ ਤੇ ਸਭ ਮੁਲਕ ਵਿਵਾਦ ਹੋ ਗਿਆ। ਆਪਣੀ ਹੱਦ ਦਾ ਵੀ ਨਹੀਂ ਪਤਾ ਤੇ ਹੁਣ ਉਹ ਵੀ ਸਿਰਫ ਬੁਰਜੀਆਂ ਰਹਿ ਗਈਆਂ ਨੇ। ਉਦੋਂ ਜੰਗਲ ਬਹੁਤ ਜ਼ਿਆਦਾ ਸੀ ਤੇ ਮੈਂ ਉਹਨੂੰ ਆਖਿਆ ਤੇ ਆਪ ਮੇਰੇ ਜੋ ਕੋਲ ਬਹਿ ਜਾ, ਤੇ ਮੈਂ ਉੱਥੇ ਸੁਹਾਗਾ ਜਾਂਦੇ ਨੂੰ ਮੇਰੇ ਹੋਰ ਕੋਈ ਹਾਲੀ ਲੈ ਗਏ। ਉਹਨੂੰ ਮੈਂ ਭਾਗ ਤੇ ਸੁਹਾਗਾ ਲੈਣ ਚਲਾ ਗਿਆ ਤਾਂ ਆਖਣ ਲੱਗਾ ਵੀ ਇੱਕ ਸੁਹਾਗੇ ਦਾ ਫੇਰ ਇਹ ਤੇ ਤੂੰ ਖਲੋ ਜਾ। ਮੈਂ ਖਲੋ ਗਿਆ। ਜੇ ਸੁਹਾਗਾ ਲੈ ਕੇ ਆਇਆ ਤਾਂ ਉੱਥੇ ਮੁੰਡਾ ਹੈ ਨਾ, ਮੈਂ ਪਿੰਡ ਨੂੰ ਭੱਜਿਆ ਵੀ ਸ਼ਾਇਦ ਕਿਸੇ ਦੇ ਨਾਲ ਪਿੰਡ ਨੂੰ ਚਲਾ ਗਿਆ ਹੋਏ, ਪਰ ਪਿੰਡ ਸਾਰੇ ਬੰਨੇ ਸਾਰੇ ਗਾਂਹ ਦੀ ਗਾਂਹ ਪੁੱਛਿਆ, ਕਿਸੇ ਬੰਨੇ ਨਹੀਂ ਆਇਆ। ਤੇ ਕਰਦਿਆਂ ਬੜੇ ਦਿਨਾਂ ਪਿੱਛੋਂ ਉਹਨਾਂ ਨੂੰ ਅਸੀਂ ਆਪਣੇ ਫੌਜੀ ਨੂੰ ਆਖਿਆ ਵੀ ਤੁਸੀਂ ਮਿਲਾਪ ਕਰਿਓ, ਸ਼ਾਇਦ ਕਿਤੇ ਰਾਤ ਰੋਂਦਾ ਕਰਲਾਂਦਾ ਜੰਗਲ ਦੇ ਵਿੱਚ ਕਿਤੇ ਉਹਨਾਂ ਦੀ ਹੱਦ 'ਤੇ ਚਲਾ ਗਿਆ ਹੋਏ। ਮੰਗ ਤਾਂ ਅਸੀਂ ਇਹੀ ਸਰਕਾਰ ਤੋਂ ਕਰਦੇ ਹਾਂ ਵੀ ਚਲੋ ਜੇ ਸਾਡੇ ਜੂਵੇਂ ਕਿਤੇ ਆ ਜਾਏ ਤਾਂ ਚਲੋ ਬਹੁਤ ਮਿਹਰਬਾਨੀ ਸਰਕਾਰ ਦੀ। ਅਸੀਂ ਚਾਹੁੰਦੇ ਹਾਂ ਵੀ ਗਿਆ ਸੀ ਬਾਹਰ ਤੇ 7 ਸਾਲਾਂ ਦਾ ਸੀ, ਤੇ ਹੁਣ ਵੇਖ ਲਾ ਬਈ ਅੱਧੀ ਉਮਰਾਂ ਤੇ ਵਿਚਾਰੇ ਦੀ ਹੋ ਗਈ। ਇੱਕ ਹਿਸਾਬ ਤੇ ਵੇਖੀਏ, ਸਾਨੂੰ ਚਾਹੀਦਾ ਸਾਡਾ ਬੱਚਾ ਜਿਉਂਦੇ ਵਿਛੜੇ ਮੇਲ ਕਿਤੇ ਮਹਾਰਾਜ ਕਰੇ ਤੇ ਕਿਤੇ ਹੋਣ, ਸਾਨੂੰ ਮਿਲਣਾ ਚਾਹੀਦਾ ਸਾਡਾ ਬੱਚਾ। ਹੋ ਗਏ ਬਥੇਰੇ ਆਉਂਦੇ ਰਹਿੰਦੇ, ਕਿਸੇ ਨੇ ਸਾਡੀ ਗੱਲ ਸੁਣੀ ਨਹੀਂ ਕਿਤੇ ਕੁਛ। ਹੁਣ ਵੇਖ ਲਾ ਬਈ ਜੀਂਦੇ ਝਾ ਗਏ, ਕੋਈ ਸਰਕਾਰ ਵੇਖ ਲਾ ਮਸਲਾ ਹੱਲ ਕਰੇ ਸਾਡਾ, ਕੋਈ ਗੱਲ ਕਰੇ ਸਾਡੀ, ਕੋਈ ਗੱਲ ਨਹੀਂ ਕੋਈ ਗੱਲ। ਚਾਹੁੰਦੇ ਆ ਵੀ ਸਾਡੇ ਆ ਜੇ ਮੇਲ ਹੋਣ, ਜੀਂਦੇ ਸਾਡੇ ਹੋ ਜਾਣ ਮੇਲ। ਤੇ ਵੇਖ ਲਾ ਭਈ ਅੱਖਾਂ ਤੋਂ ਨਹੀਂ ਵੀ ਹੋ ਗਏ ਆ, ਸਾਨੂੰ ਚਾਹੀਦਾ ਵੀ ਸਾਨੂੰ ਮੱਥੇ ਲੱਗਣਾ ਚਾਹੀਦਾ। ਸਾਡੀ ਵੇਖ ਲਾ ਭਈ ਇੰਨਾ ਚਿਰ ਹੋ ਗਿਆ। ਖਬਰਾਂ ਦੇ ਇਸ ਬੁਲੇਟਿਨ ਵਿੱਚ ਵੇਲਾ ਹੋ ਚੁੱਕਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਜਲਦੀ ਹਾਜ਼ਰ ਹੁੰਦੇ ਹਾਂ ਕੁਝ ਹੋਰ ਹੈ ਤਾਜ਼ਾ ਤਰੀਨ ਖਬਰਾਂ ਦੇ ਨਾਲ। This show is sponsored by Ashoka Tandoori Range. Enjoy the Indian taste. This show is sponsored by Ashoka Tandoori Range. Enjoy the Indian taste. ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਵਿੱਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ, ਜਿਸ ਵਿੱਚ ਕਈ ਸੀਨੀਅਰ ਅਫਸਰ ਵੀ ਇਸ ਵਾਇਰਸ ਦੇ ਲਪੇਟ ਵਿੱਚ ਆ ਗਏ ਨੇ। ਇਸ ਤਰ੍ਹਾਂ ਹੀ ਫਿਰੋਜ਼ਪੁਰ ਤੋਂ ਮਾਮਲਾ ਸਾਹਮਣੇ ਆਇਆ, ਜਿਸ ਵਿੱਚ 6 BSF ਦੇ ਜਵਾਨ ਤੇ 2 ਪੁਲਿਸ ਮੁਲਾਜ਼ਮ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ ਨੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਦੇ ਸਿਵਲ ਸਰਜਨ ਨੇ ਦੱਸਿਆ ਕਿ BSF ਦੇ ਜਵਾਨਾਂ ਵਿੱਚੋਂ ਇੱਕ SHO ਤੇ 3 ਗਰਭਵਤੀ ਮਹਿਲਾਵਾਂ ਸਮੇਤ 19 ਕੇਸ ਸਾਹਮਣੇ ਆਏ ਨੇ, ਜਿਸ ਨਾਲ ਹੁਣ ਜ਼ਿਲ੍ਹੇ ਅੰਦਰ 188 ਪੋਜ਼ਿਟਿਵ ਕੇਸ ਹੋ ਗਏ ਨੇ। ਕੱਲ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ 19 ਮਰੀਜ਼ ਜਿਹੜੇ ਆ ਕਰੋਨਾ ਦੇ ਪੋਜ਼ਿਟਿਵ ਪਾਏ ਗਏ, ਜਿਨ੍ਹਾਂ ਦੇ ਵਿੱਚ 6 ਜਿਹੜੇ ਹੈਗੇ ਆ BSF ਦੇ ਸੀਗੇ, 2 ਫਰੰਟ ਲਾਈਨ ਵਰਕਰ ਸੀਗੇ, ਜਿਨ੍ਹਾਂ ਦੇ ਵਿੱਚ ਇੱਕ ਪੁਲਿਸ ਦੇ ਸੀਗੇ SHO ਸਾਹਿਬ, ਇੱਕ ਹੋਮਗਾਰਡ ਦੇ ਜਵਾਨ ਸੀਗੇ, 3 ਜਿਹੜੇ ਆ ਇੰਟਰਨੈਸ਼ਨਲ ਟਰੈਵਲਰ ਸੀਗੇ ਜਿਹੜੇ ਦੁਬਈ ਤੋਂ ਆਏ ਸੀਗੇ, 3 ਪ੍ਰੈਗਨੈਂਟ ਵੂਮਨ ਸੀਗੀਆਂ ਉਹ ਪੋਜ਼ਿਟਿਵ ਆਈਆਂ ਨੇ, 2 ILI ਜਿਹੜੀਆਂ ਡਿਜ਼ੀਜ਼ ਆ ਜਿਹੜੇ ਸਾਡੇ ਫਲੂ ਕਾਰਨਰ 'ਤੇ ਆ ਕੇ ਸੈਂਪਲ ਦਿੰਦੇ ਆ, ਉਹਨਾਂ 'ਚੋਂ 2 ਪੋਜ਼ਿਟਿਵ ਆਏ, ਇੱਕ ਡੋਮੈਸਟਿਕ ਟਰੈਵਲਰ ਸੀਗਾ, ਇੱਕ ਲੇਬਰਰ ਤੇ ਇੱਕ ਕੰਟੈਕਟ ਕੇਸ ਸੀਗਾ। ਟੋਟਲ ਜਿਹੜੇ ਆ ਕੁੱਲ ਮਿਲਾ ਕੇ 19 ਕੇਸਿਸ ਬਣ ਜਾਂਦੇ ਆ। ਤੇ ਹੁਣ ਤੱਕ ਜ਼ਿਲ੍ਹੇ ਦੇ ਵਿੱਚ 188 ਜਿਹੜੇ ਆ ਪੋਜ਼ਿਟਿਵ ਮਰੀਜ਼ ਹੋ ਚੁੱਕੇ ਆ, ਜਿਨ੍ਹਾਂ ਦੇ ਵਿੱਚੋਂ 96 ਮਰੀਜ਼ ਜਿਹੜੇ ਆ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਆ, ਅਤੇ 3 ਜਿਹੜੀਆਂ ਨੇ ਮੌਤਾਂ ਹੋ ਚੁੱਕੀਆਂ ਨੇ। ਤੇ ਇਸ ਟਾਈਮ ਸਾਡੇ ਕੋਲ ਐਕਟਿਵ ਕੇਸਿਸ ਜਿਹੜੇ ਆ
ਉਹ 99 ਜਿਹੜੇ ਆ ਉਹ ਐਕਟਿਵ ਕੇਸਿਸ ਹੈਗੇ ਆ। ਹੁਣ ਅਗਲੀ ਖਬਰ ਫਾਜ਼ਿਲਕਾ ਤੋਂ, ਜਿੱਥੇ ਵਿਆਹ ਤੋਂ 2 ਦਿਨ ਬਾਅਦ ਹੀ ਲਾੜੀ ਨੇ ਸਹੁਰਾ ਪਰਿਵਾਰ ਵੱਲੋਂ ਦਿੱਤੇ 20 ਤੋਲੇ ਸੋਨਾ ਅਤੇ 80,000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਈ ਹੈ। ਕੀ ਹੈ ਪੂਰਾ ਮਾਮਲਾ, ਆਓ ਦੇਖਦੇ ਹਾਂ ਇਸ ਰਿਪੋਰਟ ਦੇ ਵਿੱਚ। ਛੋਟੀ-ਮੋਟੀ ਚੋਰੀਆਂ ਤਾਂ ਤੁਸੀਂ ਆਮ ਹੀ ਸੁਣੀਆਂ ਹੋਣਗੀਆਂ, ਜਿੱਥੇ ਕੁਝ ਚੋਰਾਂ ਵੱਲੋਂ ਕਿਸੇ ਘਰ ਤੇ ਕਿਸੇ ਦੁਕਾਨ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਲੁੱਟ ਦਾ ਅੰਜਾਮ ਦਿੱਤਾ ਜਾਂਦਾ ਹੈ। ਪਰ ਹੁਣ ਇਸ ਤੋਂ ਬਿਲਕੁਲ ਵੱਖਰਾ ਹੀ ਕੁਝ ਸਾਹਮਣੇ ਆਇਆ ਹੈ। ਫਾਜ਼ਿਲਕਾ ਤੋਂ, ਜਿੱਥੇ ਇੱਕ ਲੁਟੇਰੀ ਦੁਲਹਨ ਨੇ ਵਿਆਹ ਦੇ 2 ਦਿਨ ਬਾਅਦ ਹੀ ਆਪਣਾ ਅਸਲੀ ਰੰਗ ਦਿਖਾ ਦਿੱਤਾ। ਜੀ ਹਾਂ, ਫਾਜ਼ਿਲਕਾ ਦੇ ਰਹਿਣ ਵਾਲੇ ਜਤਿੰਦਰ ਕੁਮਾਰ ਦਾ ਵਿਆਹ ਬੀਤੇ 5 ਜੂਨ ਨੂੰ ਹੋਇਆ ਸੀ। ਹਾਲੇ ਵਿਆਹ ਨੂੰ 2 ਦਿਨ ਹੀ ਬੀਤੇ ਸੀ ਕਿ ਨਵੀਂ ਲਾੜੀ ਸਹੁਰੇ ਪਰਿਵਾਰ ਵੱਲੋਂ ਦਿੱਤਾ ਗਿਆ 20 ਤੋਲਾ ਸੋਨਾ 80,000 ਰੁਪਏ ਲੈ ਕੇ ਆਪਣੇ ਪੇਕੇ ਚਲੀ ਗਈ। 2 ਦਿਨ ਬਾਅਦ ਜਦੋਂ ਜਤਿੰਦਰ ਆਪਣੀ ਪਤਨੀ ਨਿਸ਼ਾ ਨੂੰ ਲੈਣ ਸਹੁਰੇ ਕਰ ਗਿਆ ਤਾਂ ਨਿਸ਼ਾ ਦੇ ਪਰਿਵਾਰ ਨੇ ਆਪਣੇ ਜਵਾਈ ਨੂੰ ਘਰੋਂ ਕੱਢ ਦਿੱਤਾ, ਜਿਸ ਦੇ ਬਾਅਦ ਜਤਿੰਦਰ ਸਿੰਘ ਦੁਆਰਾ ਫਾਜ਼ਿਲਕਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਸ ਉੱਤੇ ਫਾਜ਼ਿਲਕਾ ਪੁਲਿਸ ਦੁਆਰਾ ਜਤਿੰਦਰ ਕੁਮਾਰ ਦੀ ਪਤਨੀ ਨਿਸ਼ਾ ਰਾਣੀ ਅਤੇ ਉਸ ਦੇ ਪਰਿਵਾਰ ਦੇ 4 ਮੈਂਬਰਾਂ ਉੱਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਨਿਸ਼ਾ ਰਾਣੀ ਨਾਲ 5 ਜੂਨ ਨੂੰ ਹੋਇਆ ਸੀਗਾ ਤੇ ਇਹਦੇ ਵਿੱਚ ਇਹ ਇੱਕ ਸਿੰਪਲ ਸ਼ਾਦੀ ਸੀ। ਇਹਦੇ ਵਿੱਚ ਕੋਈ ਦਾਜ ਦਹੇਜ ਦਾ ਕੋਈ ਲੈਣ ਦੇਣ ਨਹੀਂ ਹੋਇਆ ਸੀਗਾ। ਬਿਲਕੁਲ ਸਹੀ ਸਲਾਮਤ ਵਿਆਹ ਸੀਗਾ ਸਾਡਾ। ਪਰ ਇਹ ਜਦੋਂ 5 ਤਰੀਕ ਦੇ ਵਿਆਹ ਤੋਂ ਬਾਅਦ ਨਿਸ਼ਾ ਰਾਣੀ 2 ਦਿਨ ਇੱਥੇ ਰਹੀ ਹੈ, 6 ਤਰੀਕ ਨੂੰ ਔਰ 7 ਨੂੰ ਦੁਪਹਿਰ ਤੋਂ ਬਾਅਦ ਉਹਨਾਂ ਦੇ ਦਾਦੀ, ਮੇਰੇ ਸਾਲਿਆਰ ਅਮਨਦੀਪ ਤੇ ਅਨੂ ਉਹਨਾਂ ਦੀ ਘਰਵਾਲੀ ਤੇ ਉਹਨਾਂ ਦਾ ਬੇਟਾ ਉਹਨੂੰ ਲੜਕੀ ਨਿਸ਼ਾ ਰਾਣੀ ਨੂੰ ਲੈਣ ਵਾਸਤੇ ਆਏ ਸੀਗੇ। ਜਦੋਂ ਇੱਥੋਂ ਅਸੀਂ ਉਹਨਾਂ ਨੂੰ ਬਿਲਕੁਲ ਸਹੀ ਸਲਾਮਤ ਇੱਥੋਂ ਗਏ ਸੀਗੇ, ਉਹਨਾਂ ਨੂੰ ਖਾਣਾ ਵਗੈਰਾ ਖਾ ਕੇ ਚਲੋ ਚਲੇ ਗਏ। ਉਹਨਾਂ ਨੂੰ ਲਾਸਟ ਟਾਈਮ ਨਿਸ਼ਾ ਰਾਣੀ ਨੂੰ ਮੈਂ ਪੁੱਛਿਆ ਵੀ ਮੈਂ ਕਦੋਂ ਲੈਣ ਆਵਾਂ, ਉਹਨੇ ਕਿਹਾ ਸੀ ਉਹਦਾ ਭਰਾ ਅਮਨਦੀਪ ਕਹਿੰਦਾ ਹੈ ਕਿ ਅਸੀਂ 1-2 ਦਿਨਾਂ ਬਾਅਦ ਆਪਣੇ ਆਪ ਨਿਸ਼ਾ ਰਾਣੀ ਨੂੰ ਘਰ ਛੱਡ ਜਾਵਾਂਗੇ। ਇਸ ਤੋਂ ਬਾਅਦ ਐਤਵਾਰ ਦੇ ਦਿਨ ਸੋਮਵਾਰ ਸ਼ਾਮ ਨੂੰ ਮੇਰੇ ਵਿਚੋਲੇ ਜੋ ਮੇਰੇ ਨਾਨਕੇ ਸੀਗੇ, ਉਹਦੇ ਵਿੱਚ ਉਹਨਾਂ ਨੇ ਸ਼ਾਮ ਨੂੰ ਉਹਨਾਂ ਨੂੰ ਫੋਨ ਕਰਤਾ ਵੀ ਅਸੀਂ ਆਪਦੀ ਕੁੜੀ ਉੱਥੇ ਨਹੀਂ ਭੇਜਣੀ ਤੇ ਨਾ ਹੀ ਉਹ ਸਾਡੇ ਕੋਲ ਲੈਣ ਆਣ। ਉਹਨਾਂ ਨੇ ਜਦੋਂ ਸਾਨੂੰ ਫੋਨ ਕੀਤਾ ਤੇ ਸਾਡੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਵੀ ਅਕਸਰ ਇਹ ਕੀ ਬਣ ਗਿਆ। ਫਿਰ ਜਦੋਂ ਅਸੀਂ ਉਹਨਾਂ ਨੂੰ ਫੋਨ ਕੀਤਾ, ਉਹਨਾਂ ਨੇ ਸਾਡਾ ਫੋਨ ਨਹੀਂ ਪਿਕ ਕੀਤਾ, ਨਾ ਹੀ ਉਹਨਾਂ ਸਾਡੇ ਨਾਲ ਗੱਲ ਕੀਤੀ। ਅਗਲੇ ਦਿਨ ਸੁਬਾਹ ਅਸੀਂ ਆਪਦੇ ਨਾਨਕਿਆਂ ਕੋਲ ਗਏ, ਪਿੰਡ ਸੋਹਣਾ ਸੰਦੜ ਗਏ। ਉਹਨਾਂ ਨੂੰ ਲੈ ਕੇ ਜਦੋਂ ਅਸੀਂ ਕਾਠਗੜ੍ਹ ਕੁੜੀ ਲੜਕੀ ਦੇ ਘਰ ਗਏ ਤਾਂ ਉਹਨਾਂ ਨੇ ਬਹੁਤ ਗਾਲੀ ਗਲੋਚ ਕੀਤਾ ਔਰ ਸਾਡੇ ਤੇ ਇਲਜ਼ਾਮ ਲਗਾਇਆ ਕਿ ਇਹ ਨੇ ਲੜਕੀ ਨੂੰ ਰਾਤ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਇਹਨਾਂ ਨੇ ਸਾਡੀ ਲੜਕੀ ਨਾਲ ਬਹੁਤ ਜ਼ਬਰਦਸਤੀ ਕੀਤੀ ਹੈ। ਜਦੋਂ ਕਾਫੀ ਦੇਰ ਉੱਥੋਂ ਬੈਠਣ ਤੋਂ ਬਾਅਦ ਗੱਲਬਾਤ ਕਰਨ ਤੋਂ ਬਾਅਦ ਆਖਰ ਹਾਰ ਮੇਰੀ ਸੱਸ ਜੋ ਕਿ ਕ੍ਰਿਸ਼ਨਾ ਰਾਣੀ ਨੇ ਕਿਹਾ ਕਿ ਅਸੀਂ ਤਾਂ ਠੱਗੀ ਵਾਲਾ ਕੰਮ ਹੈ ਸਾਡਾ, ਅਸੀਂ ਇਹ ਠੱਗੀ ਮਾਰਨੀ ਸੀ, ਅਸੀਂ ਮਾਰ ਲਈ, ਜੋ ਹੋਣਾ ਹੈ ਕਰਨਾ ਹੈ ਕਰ ਲਓ, ਇਹ ਜਾਂ ਕੋਰਟ ਹੈ ਜਾਂ ਥਾਣਾ ਤੁਹਾਡੀ ਜਿੱਥੇ ਵਿਆਹ ਚਲਦੀ ਲਾ ਲਓ। ਉਹਨਾਂ ਨੇ ਕੋਈ ਕਿਸੇ ਤਰ੍ਹਾਂ ਦਾ ਕੋਈ ਗੜਬੜ ਨਹੀਂ ਸੀਗੀ, ਬਿਲਕੁਲ ਮੇਰੇ ਨਾਲ ਫਰੈਂਡਲੀ ਤੌਰ ਤੇ ਵਧੀਆ ਗੱਲਬਾਤ ਹੋਈ। ਅਸੀਂ ਬਹੁਤ ਵਧੀਆ ਸੀਗੇ ਸੁਭਾਅ 'ਚ। ਇਰਾਦਾ ਉਹਨਾਂ ਦਾ ਅਸਲ ਵਿੱਚ ਇੱਕ ਜਿਹੜੀ ਹੈ ਇਹ ਇੱਕ ਇਹਨਾਂ ਦਾ ਗਰੋਹ ਬਣਿਆ ਹੋਇਆ ਹੈ। ਜਿਹੜੇ 7-8 ਮੈਂਬਰ ਹੈਗੇ ਆ, ਇਹ ਇਸੇ ਤਰ੍ਹਾਂ ਭੋਲੇ ਵਾਲੇ ਲੋਕਾਂ ਨੂੰ ਪਹਿਲਾਂ ਆਪਦੇ ਅੱਗੇ ਰੋ ਕੇ ਆਂਸੂ ਲਾ ਕੇ ਮਿੰਨਤਰਲਾ ਕਰਕੇ ਵਿਆਹ ਕਰਵਾਉਂਦੇ ਆ। ਉਸ ਤੋਂ ਬਾਅਦ ਜਦੋਂ ਉਹਨਾਂ ਦੇ ਕੋਈ ਅੱਗੇ ਕਾਰਵਾਈ ਨਹੀਂ ਪੈਂਦੀ ਜਾਂ ਤਾਂ ਉਹਨਾਂ ਤੇ ਝੂਠਾ ਰੇਪ ਦਾ ਜਾਂ ਦਹੇਜ ਦਾ ਪਰਚਾ ਪਵਾ ਦਿੰਦੇ। ਇਸੇ ਤਰ੍ਹਾਂ ਇਹਨਾਂ ਨੇ ਜਦੋਂ ਮੈਨੂੰ ਵਿਆਹ ਤੋਂ ਪਹਿਲਾਂ 1-2 ਦਿਨ ਪਹਿਲਾਂ ਇਸ ਗੱਲ ਦਾ ਪਤਾ ਲੱਗ ਗਿਆ ਸੀਗਾ, ਪਰ ਮੈਂ ਆਪਦੇ ਘਰਦਿਆਂ ਨੂੰ ਬਹੁਤ ਕਿਹਾ ਸੀਗਾ ਕਿ ਆਪਾਂ ਇਸ ਠੱਗੀ ਤੋਂ ਬਚ ਜਾਈਏ, ਪਰ ਇਹਨਾਂ ਨੇ ਮੇਰੀ ਇੱਕ ਨਾ ਸੁਣੀ। ਇਹਨਾਂ ਕਿਹਾ ਸੀ ਵੀ ਸਾਡੀ ਜ਼ੁਬਾਨ ਹੋ ਚੁੱਕੀ ਹੈ, ਅਸੀਂ ਇਸ ਜ਼ੁਬਾਨ ਤੋਂ ਪਿੱਛੇ ਨਹੀਂ ਹਟਦੇ, ਜਿਸ ਕਰਕੇ ਮਜਬੂਰੀ ਵਿੱਚੋਂ ਮੈਨੂੰ ਵਿਆਹ ਕਰਵਾਉਣਾ ਪਿਆ। ਇਸ ਦੀ ਪਹਿਲਾਂ ਇਹ ਸ਼ਾਦੀਆਂ ਦੀ ਇੱਕ ਹੋਈ ਵੀ ਹੈ ਕਿ ਪਿੰਡ ਸਿੱਧੂਵਾਲੇ ਵਿੱਚ ਜੋ ਇੱਕ ਲੜਕਾ ਫੌਜੀ ਸੀ ਸੁਰਜੀਤ ਸਿੰਘ, ਉਹਦੇ ਨਾਲ ਇਹਨਾਂ ਠੱਗੀ ਕੀਤੀ ਸੀ। ਉਹਦੇ ਵਿੱਚ ਇਹਨਾਂ ਨੇ ਉਹਨਾਂ ਤੋਂ 2.5 ਲੱਖ ਰੁਪਇਆ ਵੀ ਲਿਆ ਸੀਗਾ। ਉਸ ਤੋਂ ਪਹਿਲਾਂ ਕਹਿੰਦੇ ਆ ਕਿ ਇਹਨਾਂ ਫਲੀਆਂ ਵਾਲੇ ਪਹਿਲਾਂ ਰਿਸ਼ਤਾ ਟੁੱਟਿਆ ਹੋਇਆ। ਅਸੀਂ ਪਰ ਇਹੀ ਮੰਗ ਕਰਦੇ ਹਾਂ ਕਿ ਉਹਨਾਂ 4 ਨਿਸ਼ਾ ਰਾਣੀ ਤੇ ਉਸਦੇ ਪਰਿਵਾਰ ਤੇ ਇੱਕ FIR ਦਰਜ ਹੋ ਗਈ ਹੈ। ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ। ਜਦੋਂ ਇਸ ਮਾਮਲੇ ਸੰਬੰਧੀ ਫਾਜ਼ਿਲਕਾ ਥਾਣਾ ਸਿਟੀ ਪੁਲਿਸ ਮੁਖੀ ਬਚਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਜਤਿੰਦਰ ਕੁਮਾਰ ਪੁੱਤਰ ਗੁਰਦਾਸ ਸਿੰਘ ਨਿਵਾਸੀ ਰਾਧਾ ਸੁਆਮੀ ਕਲੋਨੀ ਵੱਲੋਂ ਪੁਲਿਸ ਨੂੰ ਇੱਕ ਸ਼ਿਕਾਇਤ ਕੀਤੀ ਗਈ ਸੀ, ਜਿਸ ਉੱਤੇ ਜਾਂਚ ਤੋਂ ਬਾਅਦ ਇਹ ਸ਼ਿਕਾਇਤ ਠੀਕ ਪਾਈ ਗਈ ਅਤੇ ਜਤਿੰਦਰ ਕੁਮਾਰ ਦੀ ਪਤਨੀ ਨਿਸ਼ਾ ਰਾਣੀ ਸਮੇਤ 4 ਲੋਕਾਂ ਉੱਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਛੇਤੀ ਹੀ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਜਤਿੰਦਰ ਕੁਮਾਰ ਸਨ ਆਫ ਗੁਰਦਾਸ ਸਿੰਘ ਵਾਸੀ ਰਾਧਾ ਸੁਆਮੀ ਕਲੋਨੀ ਨੇ ਇੱਕ ਦਰਖਾਸਤ ਮਾਨਯੋਗ SSP ਸਾਹਿਬ ਦੇ ਦਿੱਤੀ ਸੀ ਜੀ, ਜਿਸ ਦੀ ਇਨਕੁਆਇਰੀ EO ਵਿੰਗ ਫਾਜ਼ਿਲਕਾ ਨੇ ਕੀਤੀ ਹੈ। EO ਵਿੰਗ ਦੇ ਇਨਕੁਆਇਰੀ ਕਰਨ ਤੇ ਲੜਕੀ ਨਿਸ਼ਾ ਰਾਣੀ ਅਤੇ ਉਸ ਦੇ 3 ਪਰਿਵਾਰਕ ਮੈਂਬਰਾਂ ਤੇ FIR ਨੰਬਰ 151 379 420 120 ਵੀ ਤਹਿਤ ਦਰਜ ਕੀਤੀ ਹੈ। ਡਿਟੇਲ ਅਸੀਂ FIR ਦਰਜ ਕੀਤੀ। ਅੱਗੇ ਇਨਵੈਸਟੀਗੇਸ਼ਨ 'ਚ ਜੋ ਕੁਛ ਆਊਗਾ ਉਹ ਸਾਹਮਣੇ ਲਿਆਂਦਾ ਜਾਊਗਾ, ਦੋਸ਼ੀਆਂ ਨੂੰ ਜਲਦੀ ਅਰੈਸਟ ਕੀਤਾ ਜਾਊਗਾ। ਅੱਜ ਵੀ ਅਸੀਂ ਰੇਡ ਕਰਾਇਆ, ਦੋਸ਼ੀ ਘਰ ਆ ਜਾਣਗੇ। ਜਤਿੰਦਰ ਕੁਮਾਰ ਨੇ ਇਲਜ਼ਾਮ ਲਾਇਆ ਵੀ 80,000 ਰੁਪਏ ਤੇ 20 ਤੋਲੇ ਸੋਨਾ ਸਾਡਾ ਚੋਰੀ ਕਰਕੇ ਲੈ ਗਏ। ਨਿਸ਼ਾ ਨੇ 2 ਵਿਆਹ ਪਹਿਲਾਂ ਵੀ ਕੀਤੇ। ਨਿਸ਼ਾ ਨੇ 2017 ਵਿੱਚ ਜਲਾਲਾਬਾਦ ਦੇ ਪਿੰਡ ਸਿੱਧੂਵਾਲਾ ਵਿੱਚ ਫੌਜੀ ਸੁਰਜੀਤ ਨਾਲ ਵਿਆਹ ਕਰਵਾਇਆ ਸੀ।
ਅਤੇ ਉਸ ਨਾਲ 2.5 ਲੱਖ ਰੁਪਏ ਦੀ ਠੱਗੀ ਮਾਰ ਲਈ ਸੀ। ਉੱਥੇ ਨਿਸ਼ਾ ਦਾ ਦੂਜਾ ਵਿਆਹ ਜਲਾਲਾਬਾਦ ਦੇ ਪਿੰਡ ਫਲੀਆਂਵਾਲਾ ਦੇ ਨੌਜਵਾਨ ਨੂੰ ਹਕੀਕਤ ਪਤਾ ਚੱਲਣ ਤੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ, ਪਰ ਕਾਂਗਰਸੀ ਨੇਤਾ ਨੇ ਦਬਾਅ ਪਾ ਕੇ ਵਿਆਹ ਕਰਵਾ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੂੰ ਹੁਣ ਵੀ ਧਮਕੀਆਂ ਦੇ ਕੇ ਨਿਸ਼ਾ ਅਤੇ ਉਸ ਦਾ ਪਰਿਵਾਰ ਠੱਗਦੇ ਰਹੇ ਨੇ। ਲੋਕਡਾਊਨ ਦੌਰਾਨ ਲੋਕਾਂ ਵੱਲੋਂ ਸਾਦੇ ਢੰਗ ਨਾਲ ਵਿਆਹ ਤਾਂ ਕੀਤੇ ਜਾ ਰਹੇ ਨੇ, ਪਰ ਕੁਝ ਲੁਟੇਰਿਆਂ ਵੱਲੋਂ ਸਾਦਗੀ ਨੂੰ ਵੀ ਲੁੱਟ ਵਿੱਚ ਤਬਦੀਲ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਤਾਂ ਸ਼ੁਰੂ ਕਰ ਦਿੱਤੀ ਹੈ, ਪਰ ਗ੍ਰਿਫਤਾਰੀ ਤਾਂ ਹਾਲੇ ਤੱਕ ਕਿਸੇ ਦੀ ਵੀ ਨਹੀਂ ਕੀਤੀ ਗਈ। ਪੰਜਾਬ ਵਿੱਚ ਕੋਰੋਨਾ ਆਏ ਦਿਨ ਆਪਣੇ ਨਵੇਂ ਰੂਪ ਵਿੱਚ ਕਹਿਰ ਵਰਾ ਰਿਹਾ ਹੈ, ਜਿਸ ਦੇ ਕਾਰਨ ਵੱਡੀ ਗਿਣਤੀ ਵਿੱਚ ਕੋਰੋਨਾ ਦੇ ਮਰੀਜ਼ ਸਾਹਮਣੇ ਆ ਰਹੇ ਨੇ, ਪਰ ਉੱਥੇ ਕੁਝ ਲੋਕ ਇਸ ਵਾਇਰਸ ਨੂੰ ਆਮ ਹੀ ਸਮਝ ਰਹੇ ਨੇ ਅਤੇ ਖੁੱਲ੍ਹੇਆਮ ਜਨਮਦਿਨ ਦੀਆਂ ਪਾਰਟੀਆਂ ਕਰ ਰਹੇ ਨੇ। ਅਜਿਹਾ ਹੀ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਦੋਂ ਇੱਕ ASI ਨੂੰ ਜਨਮਦਿਨ ਮਨਾਉਣਾ ਮਹਿੰਗਾ ਪੈ ਗਿਆ। ਦੇਖੋ ਇੱਕ ਖਾਸ ਰਿਪੋਰਟ। ਕੋਰੋਨਾ ਵਾਇਰਸ ਨੇ ਪੰਜਾਬ ਵਿੱਚ ਹੜਕੰਪ ਮਚਾ ਕੇ ਰੱਖ ਦਿੱਤਾ ਹੈ, ਜਿਸ ਤੇ ਕਾਬੂ ਪਾਉਣ ਦੇ ਲਈ ਸਰਕਾਰ ਨੇ ਸੂਬੇ ਭਰ ਵਿੱਚ 3 ਮਹੀਨੇ ਤੋਂ ਵੱਧ ਸਮੇਂ ਲਈ ਕਰਫਿਊ ਜਾਰੀ ਰੱਖਿਆ, ਜਿਸ ਦੇ ਚੱਲਦਿਆਂ ਇਸ ਮਹਾਮਾਰੀ ਨੇ ਬਹੁਤ ਹੱਦ ਤੱਕ ਕਾਬੂ ਪਾ ਲਿਆ ਸੀ। ਉੱਥੇ ਹੀ ਲੰਬੇ ਸਮੇਂ ਘਰਾਂ ਅੰਦਰ ਬੰਦੀ ਬਣ ਕੇ ਰਹਿ ਰਹੇ ਲੋਕਾਂ ਲਈ ਘਰ ਅੰਦਰ ਰਹਿਣਾ ਮੁਸ਼ਕਿਲ ਸੀ ਤੇ ਕਿਤੇ ਨਾ ਕਿਤੇ ਸਰਕਾਰ ਦੀ ਆਰਥਿਕ ਸਥਿਤੀ ਤੇ ਵੀ ਡੂੰਘਾ ਅਸਰ ਪੈਂਦਾ ਦਿਖਾਈ ਦੇ ਰਿਹਾ ਸੀ। ਉਹਦੇ ਇਸ ਮੌਕੇ ਅਜਿਹੇ ਲੋਕ ਵੀ ਸਨ ਜਿਨ੍ਹਾਂ ਦਾ ਜਨਮਦਿਨ ਵੀ ਆ ਰਿਹਾ ਸੀ। ਕਈ ਬੱਚਿਆਂ ਦਾ ਪੰਜਾਬ ਪੁਲਿਸ ਨੇ ਘਰ ਜਾ ਕੇ ਜਨਮਦਿਨ ਮਨਾਇਆ ਤੇ ਕਈ ਪੁਲਿਸ ਮੁਲਾਜ਼ਮਾਂ ਦਾ ਲੋਕਾਂ ਨੇ ਜਨਮਦਿਨ ਮਨਾਇਆ। ਅਜਿਹੇ ਵਿੱਚ ਪੰਜਾਬ ਸਰਕਾਰ ਨੇ ਪੜਾਅ ਦਰ ਪੜਾਅ ਪੰਜਾਬ ਵਿੱਚੋਂ ਕਰਫਿਊ ਖੋਲ੍ਹਣਾ ਸ਼ੁਰੂ ਕਰ ਦਿੱਤਾ। ਇਸ ਦੇ ਚੱਲਦਿਆਂ ਹੀ ਪੰਜਾਬ ਵਿੱਚ ਆਮ ਵਾਂਗ ਜਨਜੀਵਨ ਸ਼ੁਰੂ ਹੋ ਗਿਆ, ਪਰ ਇਸ ਤੋਂ ਬਾਅਦ ਕੋਰੋਨਾ ਕਾਰਨ ਜੋ ਹੋਇਆ ਉਹ ਤਾਜ਼ਾ ਹਾਲਾਤ ਸਾਡੇ ਸਾਹਮਣੇ ਨੇ, ਜਿਸ ਵਿੱਚ ਅੱਜ 8000 ਤੋਂ ਉੱਪਰ ਕੋਰੋਨਾ ਵਾਇਰਸ ਦੇ ਮਰੀਜ਼ ਸੂਬੇ ਅੰਦਰ ਪੋਜ਼ਿਟਿਵ ਨੇ, ਜਿਸ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸੂਬੇ ਅੰਦਰ ਫੇਰ ਤੋਂ ਸਖਤੀ ਕਰਨ ਦੇ ਆਦੇਸ਼ ਦੇ ਦਿੱਤੇ ਤੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਣ ਵਾਲੇ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਇਹ ਸਖਤੀ ਜਲੰਧਰ ਦੇ ਇੱਕ ASI ਲਈ ਉਸ ਸਮੇਂ ਮੁਸੀਬਤ ਬਣ ਗਈ ਜਦੋਂ ਭੁਪਿੰਦਰ ਸਿੰਘ ਨਾਂ ਦੇ ASI ਨੇ ਰਾਤ ਦੇ ਸਮੇਂ ਕਿਸੇ ਦਾ ਜਨਮਦਿਨ ਮਨਾਇਆ। ਇਹ ਜਨਮਦਿਨ ਉਸ ਲਈ ਇਸ ਹੱਦ ਤੱਕ ਮਹਿੰਗਾ ਪੈ ਗਿਆ ਕਿ ਉਸ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ। ਰਾਤ ਸਮੇਂ ਜਨਮਦਿਨ ਮਨਾਉਂਦੇ ਹੋਏ ASI ਨੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾ ਦਿੱਤੀਆਂ ਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਆਪਣੀ ਸਖਤੀ ਦਿਖਾਈ ਤੇ ASI ਸਮੇਤ ਹੋਰ ਕਈ ਮੁਲਾਜ਼ਮਾਂ ਤੇ ਵੀ ਜਾਂਚ ਸ਼ੁਰੂ ਕਰ ਦਿੱਤੀ, ਜਿਸ ਬਾਰੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਸਪੈਂਡ ਕੀਤੇ ASI ਨੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਨਹੀਂ ਰੱਖਿਆ, ਜਿਸ ਕਰਕੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ। ਥਾਣੇ ਦੇ ਵਿੱਚ ਕੇਕ ਨਹੀਂ ਕੱਟਿਆ। ਇੱਕ ਮੱਖਣ ਸਿੰਘ ਨਾਂ ਦਾ ਵਿਅਕਤੀ ਆ, ਉਹਦਾ ਬਰਥਡੇ ਸੀਗਾ, ਸਹੀਪੁਰ ਰਹਿਣ ਵਾਲਾ। ਉਹਦੇ ਆਪਣੇ ਰਿਸ਼ਤੇਦਾਰ ਯਾਰ ਦੋਸਤਾਂ ਦੇ ਘਰ 'ਚ ਬੁਲਾਏ ਹੋਏ ਸੀ। ਉੱਥੇ ਉਹਨੇ ASI ਭੁਪਿੰਦਰ ਸਿੰਘ ਦਾ ਦੋਸਤ ਆ, ਉਹਨੂੰ ਵੀ ਇਨਵਾਈਟ ਕੀਤਾ ਸੀ। ASI ਭੁਪਿੰਦਰ ਸਿੰਘ ਵੀ ਉੱਥੇ ਆਪਣਾ ਸਿਵਲ ਕਰਕੇ ਪਰਮਿਸ਼ਨ ਲੈ ਕੇ ਉੱਥੇ ਗਿਆ ਸੀ। ਉਹ ਜਦੋਂ ਗਿਆ ਸਰ, ਉਹਦੇ ਵਿੱਚ ਇਹ ਹੋ ਗਿਆ ਵੀ ਉੱਥੇ ਜੋ ਲੋਕ ਸਾਰੇ ਰਿਸ਼ਤੇਦਾਰ ਤੇ ਮੱਖਣ ਸਿੰਘ ਦੇ ਘਰ ਸੀਗੇ, ਸੋਸ਼ਲ ਡਿਸਟੈਂਸ ਨਾ ਰੱਖਣ ਕਰਕੇ ਉਹਨਾਂ ਸਾਰਿਆਂ ਬੰਦਿਆਂ ਤੇ ਜਿਹੜਾ ਆ ਇਹ ਕਾਰਵਾਈ ਕੀਤੀ ਗਈ ਹੈ। ਸਰ ਉਹਨਾਂ ਨੂੰ ਸਸਪੈਂਡ ਵੀ ਕੀਤਾ ਗਿਆ ਸੀ? ਹਾਂ, ਉਹਦੇ ਵਿੱਚ ਉਹਨੂੰ ਸਸਪੈਂਡ ਕੀਤਾ ਗਿਆ ਤੇ ਉਹਦੀ ਇਨਕੁਆਇਰੀ ਕਰ ਰਹੇ ਆ। ਇਨਕੁਆਇਰੀ ਕਰਕੇ ਜੋ ਸੱਚਾਈ ਸਾਹਮਣੇ ਆਏਗੀ ਉਹਦੇ ਮੁਤਾਬਕ। ਭਾਵੇਂ ਸਰਕਾਰ ਆਏ ਦਿਨ ਕੋਰੋਨਾ ਲਈ ਸਖਤ ਹਦਾਇਤਾਂ ਜਾਰੀ ਕਰ ਰਹੀ ਹੈ, ਪਰ ਕੁਝ ਲੋਕ ਇਸ ਵਾਇਰਸ ਨੂੰ ਹਾਲੇ ਵੀ ਆਮ ਹੀ ਸਮਝ ਰਹੇ ਨੇ, ਜਿਸ ਦੇ ਮੱਦੇਨਜ਼ਰ ਉਹਨਾਂ ਨੂੰ ਆਪਣੀ ਜਾਨ ਦੀ ਕੋਈ ਫਿਕਰ ਵੀ ਦਿਖਾਈ ਨਹੀਂ ਦੇ ਰਹੀ। ਨਿਊਜ਼ ਡੈਸਕ ਤੋਂ ਸਤਨਾਮ ਸਿੰਘ ਬਠੋਈ ਦੀ ਖਾਸ ਰਿਪੋਰਟ। ਪੰਜਾਬ ਨੂੰ ਜਿੱਥੇ ਖੇਤੀ ਪ੍ਰਧਾਨ ਸੂਬਾ ਕਿਹਾ ਜਾਂਦਾ, ਉੱਥੇ ਹੀ ਪੰਜਾਬ ਵਿੱਚ ਫਸਲ ਦੀ ਵੱਧ ਪੈਦਾਵਾਰ ਲਈ ਕੀਟਨਾਸ਼ਕ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਕੀਤੀ ਜਾਂਦੀ ਹੈ, ਜਦੋਂ ਕਿ ਸਰਕਾਰ ਆਰਗੈਨਿਕ ਖੇਤੀ ਕਰਨ ਤਵੱਜੋ ਦੇ ਰਹੀ ਹੈ, ਜਿਸ ਦੇ ਮੱਦੇਨਜ਼ਰ ਕੁਦਰਤੀ ਖੇਤੀ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਸਾਲ 2006 ਵਿੱਚ ਆਰਗੈਨਿਕ ਫਾਰਮਿੰਗ ਕਾਉਂਸਲ ਆਫ ਪੰਜਾਬ ਕਾਇਮ ਕੀਤੀ ਗਈ, ਜੋ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਲਈ ਟ੍ਰੇਨਿੰਗ ਵੀ ਦਿੰਦੀ ਹੈ। ਪਰ ਤਰਨਤਾਰਨ ਦੇ ਕਿਸਾਨ ਜੁਗਰਾਜ ਸਿੰਘ ਨੇ ਕੋਈ ਟ੍ਰੇਨਿੰਗ ਨਹੀਂ ਲਈ ਅਤੇ ਆਪਣੇ ਨਿੱਜੀ ਤਜਰਬੇ ਅਤੇ ਮਿਹਨਤ ਨਾਲ ਕਰ ਦਿੱਤੀ ਜੈਵਿਕ ਖੇਤੀ ਦੀ ਸ਼ੁਰੂਆਤ, ਜਿਸ ਵਿੱਚ ਉਸਨੇ ਕਣਕ, ਪਿੰਡੀ, ਤੋਰੀ, ਮਿਰਚਾਂ ਅਤੇ ਹੋਰ ਖੇਤੀ ਨਾਲ ਸੰਬੰਧਿਤ ਫਸਲਾਂ ਬਿਨਾਂ ਕੀਟਨਾਸ਼ਕ ਅਤੇ ਖਾਦਾਂ ਤੋਂ ਤਿਆਰ ਕੀਤੀਆਂ ਨੇ। ਰੱਖ ਲਿਆ ਸਿਆੜ ਕੇ ਇੱਕ ਤੇ ਹੁਣ ਇਹ ਭਿੰਡੀ ਆ ਖੇਤੀ ਲਾਈ ਵੀ ਪਹਿਲਾਂ ਜਿਹੜੀ ਲਹਿ ਹਟੀ ਆ ਲੋਕਾਂ ਦੀ ਅੱਜ ਕੱਲ੍ਹ ਹੁਣ ਜਿਹੜੀ ਇਹਨੇ ਆਪਾਂ ਨੂੰ ਆਨੰਦ ਦੇਣਾ ਤੇ ਆਰਗੈਨਿਕ ਹੈ ਬਿਲਕੁਲ। ਇਹਨੂੰ ਆਪਾਂ ਕੋਈ ਨਾ ਖਾਦ ਨਾ ਦਵਾਈ ਨਾ ਕੋਈ ਸਪਰੇਅ ਤੇ ਸਾਰਾ ਕੁਝ ਹੋ ਜਾਂਦਾ ਖਾਦ ਦਵਾਈ ਤੋਂ ਬਿਨਾਂ, ਪਰ ਲੋਕੀ ਜਿਹੜੀ ਕੋਸ਼ਿਸ਼ ਨਹੀਂ ਕਰਦੇ ਤੇ ਇੱਕ ਜਿਹੜੀ ਗਵਰਨਮੈਂਟ ਜਿਹੜੀ ਆ ਉਹ ਮਾਰਕੀਟਿੰਗ ਵੱਲ ਧਿਆਨ ਨਹੀਂ ਦਿੰਦੀ, ਕਿਉਂਕਿ ਜਦੋਂ ਆਰਗੈਨਿਕ ਕਰਕੇ ਮਾਰਕੀਟਿੰਗ ਨਹੀਂ ਹੁੰਦੀ ਉਹਦਾ ਮਾਰਕੀਟ ਦੇ ਵਿੱਚ ਰੇਟ ਉਹ ਮਿਲਦਾ ਤੇ ਉਦੋਂ ਫਿਰ ਮਨ ਜਿਹੜਾ ਥੋੜ੍ਹਾ ਛਿੱਥਾ ਪੈ ਜਾਂਦਾ ਲੋਕਾਂ ਦਾ, ਤਾਂ ਕਰਕੇ ਲੋਕ ਇਹ ਤੋਂ ਕੰਨੀ ਕਰ ਜਾਂਦੇ ਆ। ਤੇ ਬਾਕੀ ਇਹਦਾ ਔਖਾ ਕੰਮ ਵੀ ਨਹੀਂ ਗਾ, ਕਰ ਸਕਦਾ ਬੰਦਾ, ਆਰਾਮ ਨਾਲ ਕਰ ਸਕਦਾ, ਹੁੰਦਾ ਵੀ ਆ, ਹੋ ਰਿਹਾ ਤੁਹਾਡੇ ਸਾਹਮਣੇ। ਭਿੰਡੀ ਮੇਰੀ ਲੈ ਰਹੀ, ਕਰੇਲਾ ਰਹਿ ਰਿਹਾ, ਮਿਰਚ ਲੈ ਰਹੀ ਆ, ਖੀਰਾ ਲੈ ਰਿਹਾ, ਗੁਆਰ ਫਲੀ ਆ, ਸਾਰਾ ਕੁਛ ਆ, ਪਹਿਲਾਂ ਵੀ ਸੀ। ਪਤਾ ਕੀ, ਸਭ ਤੋਂ ਪਹਿਲਾਂ ਤਾਂ ਸਾਨੂੰ ਆਪਦੇ ਦਿਲ ਨੂੰ ਥੰਮੀ ਦੇਣੀ ਪਊਗੀ। ਇੱਕ ਦੌੜ ਲੱਗੀ ਆ, ਪੈਸੇ ਦੀ ਦੌੜ ਕਹਿ ਲਓ ਜਾਂ ਪ੍ਰੋਡਕਸ਼ਨ ਦੀ ਵੱਧ ਦੀ ਦੌੜ ਲਾ ਲਓ। ਜਿੱਦਾਂ ਸਾਡੇ ਪੰਜਾਬ ਦੇ ਵਿੱਚ ਜਾਂ ਬਾਹਰਲੇ ਸੂਬਿਆਂ ਦੇ ਵਿੱਚ ਇੱਕ ਨੌਜਵਾਨ ਪੀੜ੍ਹੀ ਆ ਉਹ ਨਸ਼ੇੜੀ ਹੋ ਗਈ ਹੈ ਨਾ, ਉਹਨੂੰ ਇੱਕ ਨਸ਼ਾ ਲੱਗ ਗਿਆ, ਮਤਲਬ ਉਹਦਾ ਇੱਕ ਨਸ਼ੇ ਦੇ ਤੌਰ 'ਤੇ ਲੱਗ ਗਿਆ, ਉਹਨੂੰ ਮਤਲਬ ਇੱਕ ਆਦਤ ਪੈ ਗਈ ਹੈ, ਹੈਬਿਟ ਬਣ ਗਈ ਉਹਦੀ
ਇਸੇ ਤਰ੍ਹਾਂ ਖਾਦਾਂ ਦਵਾਈਆਂ ਦੀਆਂ ਪੈਲੀਆਂ ਵੀ ਸਾਡੀਆਂ ਜਿਹੜੀਆਂ ਨਸ਼ੇੜੀ ਹੋ ਗਈਆਂ। ਉਹਨਾਂ ਦਾ ਨਸ਼ਾ ਜਿਹੜਾ ਤੋੜਨ ਵਾਸਤੇ ਸਾਨੂੰ ਸਾਲ 2 ਸਾਲ 3 ਸਾਲ ਤਾਂ ਲੱਗਦੇ ਹੀ ਆ, ਪਰ ਲੋਕ ਕੋਈ ਉਹਨੂੰ ਲਾਉਣ ਲਈ ਤਿਆਰ ਨਹੀਂ। ਤੇ ਸਰਕਾਰ ਜਿਹੜੀ ਆ ਇਸ ਕੰਮ ਦੇ ਵਿੱਚ ਉਹਨਾਂ ਦੀ ਸਹਾਇਤਾ ਕਰਨ ਦੀ ਮਤਲਬ ਕੋਈ ਇਹੋ ਜਿਹੀ ਪੇਸ਼ਕਸ਼ ਨਹੀਂ ਉਹਨਾਂ ਦੀ ਵੀ ਉਹਨਾਂ ਦੀ ਸਹਾਇਤਾ ਕਰੇ ਵੀ ਜਾਂ ਜਿਹੜਾ ਹੁਣ ਜੋ 2-3 ਸਾਲ ਤੱਕ ਉਹਦਾ ਜਦੋਂ ਨਸ਼ਾ ਤੋੜਦਾ ਖਾਦ ਦਵਾਈ ਦਾ ਕਿਸਾਨ, ਉਹਨੂੰ ਜਿਹੜਾ ਲਾਸ ਆਉਂਦਾ ਉਹਨੂੰ ਸਰਕਾਰ ਕੁਛ ਚੁੱਕੇ ਜਾਂ ਉਹਨੂੰ ਕੋਈ ਸਬਸਿਡੀ ਦੇਵੇ, ਜਾਂ ਉਹਦੀ ਜਿਹੜੀ ਸਬਜ਼ੀ ਆ ਜਾਂ ਉਹਦੇ ਮਤਲਬ ਕੋਈ ਫੂਡ ਆ ਕੋਈ ਵੀ, ਉਹਨੂੰ ਮਤਲਬ ਇਸ ਤਰ੍ਹਾਂ ਨਾਲ ਵੇਖਿਆ ਜਾਵੇ ਉਹਦੀ ਕੁਆਲਿਟੀ ਚੈੱਕ ਕਰਕੇ ਉਹ ਕੁਆਲਿਟੀ ਦੇ ਲਿਹਾਜ਼ ਦੇ ਨਾਲ ਉਹਨੂੰ ਜਿਹੜਾ ਵੱਧ ਪੈਸਾ ਜਿਹੜਾ ਉਹਨੂੰ ਦਿੱਤਾ ਜਾਵੇ, ਵੱਧ ਰੇਟ ਉਹਨੂੰ ਮਿਲੇ, ਤਾਂ ਕਿ ਜਿਹੜਾ ਉਹਦਾ ਪ੍ਰੋਫਿਟ ਆ ਉਹ ਹੋ ਸਕੇ ਤੇ ਕਿਸਾਨ ਜਿਹੜਾ ਜਿੰਦਾ ਰਹਿ ਸਕੇ ਤੇ ਇਹਨਾਂ ਚੀਜ਼ਾਂ ਨੂੰ ਜਿਹੜਾ ਉਹ ਅਪਣਾ ਲਵੇ। ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਅਹਿਮ ਸੁਰਖੀਆਂ ਤੇ। ਹੁਸ਼ਿਆਰਪੁਰ ਦੀ ਬੱਚੀ ਨੇ ਚਮਕਾਇਆ ਪੰਜਾਬ ਦਾ ਨਾਂ। ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਵਿੱਚ ਪ੍ਰਤਿਸ਼ਠਾ ਨੂੰ ਮਿਲਿਆ ਦਾਖਲਾ। ਪ੍ਰਤਿਸ਼ਠਾ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਕਾਲ ਰਾਹੀਂ ਕੀਤੀ ਗੱਲਬਾਤ। ਪੰਜਾਬ ਸਰਕਾਰ ਵੱਲੋਂ ਜਲ ਵਿਭਾਗ ਦੀਆਂ ਅਸਾਮੀਆਂ ਖਤਮ ਕਰਨ ਤੇ ਹੋ ਰਿਹਾ ਵਿਰੋਧ। ਭਗਵੰਤ ਮਾਨ ਨੇ ਸਰਕਾਰ ਤੇ ਕੀਤੇ ਸ਼ਬਦੀ ਵਾਰ। ਫਿਰੋਜ਼ਪੁਰ ਵਿੱਚ ਛਾਇਆ ਕਰੋਨਾ ਦਾ ਸੰਕਟ। BSF ਜਵਾਨਾਂ ਸਮੇਤ SHO ਤੇ ਗਰਭਵਤੀ ਮਹਿਲਾ ਲਪੇਟ 'ਚ। ਅਜਨਾਲਾ ਤੋਂ 25 ਸਾਲ ਪਹਿਲਾਂ ਬਾਰਡਰ ਤੇ ਗੁੰਮ ਹੋਏ ਨਾਨਕ ਸਿੰਘ ਦੀ ਮਾਪਿਆਂ ਨੂੰ ਅੱਜ ਵੀ ਉਡੀਕ। ਮਾਂ ਨੇ ਕਿਹਾ ਪੁੱਤਰ ਨੂੰ ਮਿਲਣ ਦੀ ਉਮੀਦ ਬਰਕਰਾਰ ਰਹੇਗੀ, ਆਖਰੀ ਸਾਹ ਤੱਕ। ਅੱਜ ਦੇ ਇਸ ਖਾਸ ਬੁਲੇਟਿਨ 'ਚ ਫਿਲਹਾਲ ਇੰਨਾ ਹੀ। ਫਿਰ ਤੋਂ ਹਾਜ਼ਰ ਹੋਵਾਂਗੇ ਕੁਝ ਹੋਰ ਤਾਜ਼ਾ ਤਰੀਨ ਖਬਰਾਂ ਦੇ ਨਾਲ। ਤਦ ਤੱਕ ਲਈ ਮੈਨੂੰ ਯਾਨੀ ਕਿ ਰਿੰਕੂ ਚੌਧਰੀ ਨੂੰ ਦਿਓ ਇਜਾਜ਼ਤ। ਧੰਨਵਾਦ। This show is sponsored by Ashoka Tandoori Range. Enjoy the Indian taste.